Good morning students. Once again, welcome to my YouTube channel. Today we are discussing about to the class 11th general English topic. Name of the chapter is An Astrologer's Day, ਜੋਸ਼ੀਆਂ ਦਾ ਦਿਨ। ਇਹ ਬੜੀ ਇੰਟਰਸਟਿੰਗ ਕਹਾਣੀ ਹੈ। ਮੈਂ ਸੁਰਿੰਦਰ ਕੁਮਾਰ ਜਿਹੜਾ ਕਿ ਇਸ ਚੈਪਟਰ ਨੂੰ ਡਿਟੇਲ ਦੇ ਵਿੱਚ ਐਕਸਪਲੇਨ ਕਰੂੰਗਾ। ਇਸ ਸੈਸ਼ਨ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਇਸ ਚੈਪਟਰ ਨੂੰ ਪੂਰਾ, ਅਤੇ ਦੈਨ ਇਹਦੇ ਜਿਹੜੇ ਕੁਐਸਚਨ ਆਨਸਰ ਨੇ ਉਹ ਲਾਸਟ ਦੇ ਵੀਡੀਓ ਦੇ ਐਂਡ ਦੇ ਵਿੱਚ ਤੁਹਾਨੂੰ ਮਿਲ ਜਾਣਗੇ, ਜਿਹੜੇ ਤੁਸੀਂ ਆਪਣੀ ਕਾਪੀਜ਼ ਉੱਤੇ ਨੋਟ ਡਾਊਨ ਕਰੋਗੇ। ਅਤੇ ਫਰਦਰ ਜਿਹੜੇ ਦੇ ਸੈਸ਼ਨ ਹੋਣਗੇ ਉਹ ਨਾਲ ਦੀ ਨਾਲ ਹੀ ਮੈਂ ਅਪਲੋਡ ਕਰਦਾ ਰਹਾਂਗਾ, ਅਤੇ ਤੁਸੀਂ ਉਸ ਸੈਸ਼ਨ ਨੂੰ ਨਾਲ ਦੀ ਨਾਲ ਦੇਖਦੇ ਰਹਿਣਾ। ਜਿਹੜੇ ਸਟੂਡੈਂਟ ਫਸਟ ਟਾਈਮ ਮੇਰੇ ਚੈਨਲ ਦੇ ਉੱਤੇ ਆਏ ਹਨ ਤਾਂ ਮੇਰੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ। ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ and press bell icon for later to the new updation regarding my new videos. Then without wasting your time, we are starting from this session. The chapter name is An Astrologer's Day, written by the R.K. Narayan. ਫਸਟ ਆਫ ਆਲ ਵੀ ਜਿਹੜੇ ਇਹਦੇ ਵਿੱਚ ਦੱਸਿਆ ਜਾ ਰਿਹਾ ਵੀ ਜਿਹੜੇ R.K. ਨਾਰਾਇਣ ਜੀ ਨੇ ਉਹ ਇੰਡੀਆ ਦੇ ਨੋਵਲਿਸਟ ਵੀ ਨੇ, ਅਤੇ ਉਹਨਾਂ ਨੇ ਸ਼ਾਰਟ ਸਟੋਰੀਜ਼ ਕਈ ਲਿਖੀਆਂ ਨੇ ਜਿਹੜੇ ਕਿ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੱਕ ਗਈਆਂ ਨੇ। ਰਾਜਾ ਰਾਓ ਅਤੇ ਮੁਕੇਰ ਰਾਜ ਆਨੰਦ ਜਿਹੜੇ ਕਿ ਇਹਨਾਂ ਨਾਲ ਰਹੇ, ਅਤੇ ਉਹਨਾਂ ਨੇ ਵੀ ਕਈ ਤਰ੍ਹਾਂ ਦੀਆਂ ਇੰਡੀਆ ਦੇ ਵਿੱਚ ਜਿਹੜੀਆਂ ਜਿਵੇਂ ਇੰਡੋ ਐਂਗਲੀਅਨ ਫੈਕਟੇਸ਼ਨਸ ਇਹੋ ਜਿਹੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਬੁੱਕਸ ਨੇ ਉਹਨਾਂ ਨੇ ਲਿਖੀਆਂ। ਅਤੇ ਇਹ ਜਿਹੜੇ ਸੀਗੇ ਇੰਡੀਆ ਦੇ ਇੱਕ ਮਹਾਨ ਔਥਰ ਨੇ ਜਿਨ੍ਹਾਂ ਨੇ ਈਸਟਰਨ ਅਤੇ ਵੈਸਟਰਨ ਪਬਲਿਕ ਦੇ ਵਿੱਚ ਵੀ ਇਹਨਾਂ ਨੇ ਸਾਰੀ ਚੀਜ਼ਾਂ ਬਣਾਈਆਂ। ਇਹ ਐਜੂਕੇਟਡ ਹੋਏ ਮਹਾਰਾਜਾ ਕਾਲਜਸ ਦੇ ਵਿੱਚ ਜਿਹੜਾ ਮੈਸੂਰ ਦੇ ਵਿੱਚ ਸੀਗਾ। ਇਹਨਾਂ ਦਾ ਕੀਨ ਸੈਂਸ ਜਿਹੜੀ ਜ਼ਿਆਦਾਤਰ ਉਹਨਾਂ ਦਾ ਇੰਟਰਸਟ ਸੀਗਾ, ਅਤੇ ਉਹਨਾਂ ਨੇ ਆਪਣਾ ਜਿਹੜਾ ਕਰੈਕਟਰ ਸੀਗਾ ਇਸ ਚੀਜ਼ ਦੇ ਵਿੱਚ ਬਣਾਇਆ ਵੀ ਉਹ ਕਿਸ ਤਰੀਕੇ ਨਾਲ ਜਿਹੜੇ ਹਿਊਮਨ ਨੇਚਰ ਆ ਉਹਨੂੰ ਕਿਸ ਤਰੀਕੇ ਨਾਲ ਸਮਝਿਆ ਜਾ ਸਕੇ, ਉਸ ਚੀਜ਼ ਦੇ ਉੱਤੇ ਉਹਨਾਂ ਨੇ ਜ਼ਿਆਦਾ ਟਾਈਮ ਬਿਤਾਇਆ। ਉਹਨਾਂ ਨੇ ਜਿਹੜੀਆਂ ਆਪਣੀਆਂ ਰਾਈਟਿੰਗ ਸੀਗੀਆਂ ਉਹ ਡੇ ਬਾਏ ਡੇ ਜਿਹੜੇ ਇੰਡੀਅਨਸ ਦੀ ਲਾਈਫ ਸੀਗੀਆਂ ਉਹਦੇ ਬਾਰੇ ਦੱਸਿਆ, ਜਿਹਦੇ ਵਿੱਚ ਉਹਨਾਂ ਨੇ ਅਰਬਨ ਅਤੇ ਰੂਰਲ ਦੋਹਾਂ ਦੇ ਬਾਰੇ ਲਿਖਿਆ। ਉਹਨਾਂ ਨੇ ਬੜੇ ਸਿੰਪਲ ਸਟਾਈਲ ਦੇ ਨਾਲ ਉਹ ਚੀਜ਼ਾਂ ਐਕਸਪਲੇਨ ਕੀਤੀਆਂ। ਉਹਨਾਂ ਦਾ ਇੱਕ ਨਾਵਲ ਸੀ ਸਵਾਮੀ ਐਂਡ ਫਰੈਂਡਸ, ਇਹ ਜਿਹੜਾ ਪਬਲਿਸ਼ ਹੋਇਆ 1935 ਦੇ ਵਿੱਚ। ਇਹਨਾਂ ਨੇ ਬੈਚਲਰ ਆਰਟਸ ਦੇ ਵਿੱਚ ਕੀਤੀ, ਅਤੇ 1937 ਦੇ ਵਿੱਚ ਇਹਨਾਂ ਨੇ ਵਨ ਕੀਤਾ ਗ੍ਰੇਟ ਪ੍ਰਾਈਜ਼ ਸੀਗਾ ਇਸ ਦੇ ਲਈ। ਅਤੇ ਉਹਨਾਂ ਨੇ ਇੱਕ ਇੰਗਲਿਸ਼ ਟੀਚਰ ਜਿਹੜੇ ਸੀਗੇ ਇੱਕ ਇੰਗਲਿਸ਼ ਟੀਚਰ ਨੂੰ ਫੋਲੋ ਕਰ ਰਹੇ ਸੀ 1948 ਦੇ ਵਿੱਚ, ਜਿਨ੍ਹਾਂ ਨੇ ਉਹਨਾਂ ਨੂੰ ਗਾਈਡ ਕੀਤਾ 1958 ਤੱਕ। ਅਤੇ ਇਹਨਾਂ ਦੀ ਕਲੈਕਸ਼ਨ ਜਿਹੜੀਆਂ ਨੇ ਸ਼ਾਰਟ ਸਟੋਰੀਜ਼ ਨੂੰ ਜਿਹੜਾ ਐਸਟਰੋਲੋਜੀਅਸ ਡੇ ਐਂਡ ਅਦਰ ਜਿਹੜੀਆਂ ਸਟੋਰੀਆਂ ਸੀਗੀਆਂ ਉਹ ਕੰਟੇਨ ਸਮ ਹਿਜ਼ ਬੈਸਟ ਸਟੋਰੀਜ਼, ਇਹ ਬਹੁਤ ਵਧੀਆ ਸਟੋਰੀਜ਼ ਮੰਨੀਆਂ ਗਈਆਂ। ਇਹਨਾਂ ਨੇ ਇੰਡੀਆ ਦੀ ਜਿਹੜੀ ਮਿੱਟੀ ਦੇ ਉੱਤੇ ਵੀ ਕਈ ਚੀਜ਼ਾਂ ਲਿਖੀਆਂ ਅਤੇ ਉਹਨੂੰ ਯੂਨੀਵਰਸਲ ਤੱਕ ਪਹੁੰਚਾਇਆ। ਇਹਨਾਂ ਨੂੰ ਅਵਾਰਡ ਦਿੱਤਾ ਗਿਆ ਪਦਮ ਭੂਸ਼ਣ, ਅਤੇ ਜਿਹੜਾ ਕਿ ਇਹਨਾਂ ਨੇ ਬਹੁਤ ਵਧੀਆ ਸਰਵਿਸ ਕੀਤੀ। ਜਿਹੜੀ ਆ ਚੈਪਟਰ ਆ ਐਸਟਰੋਲੋਜੀਅਸ ਡੇ ਇੱਕ ਟਿਪੀਕਲ ਇੰਡੀਅਨ ਐਟਮੋਸਫੀਅਰ ਅਤੇ ਸਰਪ੍ਰਾਈਜ਼ਿੰਗ ਐਂਡ ਆ ਜਿਹੜਾ ਕਿ ਜਿਹੜਾ ਰੋਡ ਸਾਈਡ ਦੇ ਉੱਤੇ ਇੱਕ ਐਸਟਰੋਲੋਜ ਬਹਿ ਹੁੰਦੇ ਜਿਹੜੇ ਜੋਸ਼ੀ ਬੈਠਦੇ ਹੁੰਦੇ ਉਹਨਾਂ ਬਾਰੇ ਦੱਸਿਆ ਗਿਆ। ਇਹ ਇੱਕ ਐਕਸੀਡੈਂਟ ਦਾ ਸੀਗਾ ਜਿਹਦੇ ਵਿੱਚ ਉਹਨਾਂ ਨੇ ਮੈਨ ਦੇ ਨਾਲ ਟਰਾਈਡ ਕੀਤਾ ਸੀ ਉਹਨੂੰ ਮਰਡਰ ਕਰਨ ਦੇ ਲਈ, ਅਤੇ ਸਮ ਟਾਈਮ ਬੈਕ ਜਿਹੜਾ ਉਹਨਾਂ ਨੂੰ ਪਤਾ ਲੱਗਿਆ ਵੀ ਉਹ ਕੀ ਆ ਮਰ ਚੁੱਕਿਆ ਸੀ। ਉਹਨਾਂ ਨੇ ਇਹ ਸੋਚਿਆ, ਬਟ ਇੱਕ ਡਿਮ ਲਾਈਟ ਦੇ ਵਿੱਚ ਐਸਟਰੋਲੋਜੀ ਨੂੰ ਰੈਕੋਗਨਾਈਜ਼ ਉਹਨਾਂ ਨੇ ਦੇਖਿਆ ਅਤੇ ਉਹਦਾ ਨਾਮ ਪੁੱਛਿਆ, ਅਤੇ ਫਿਰ ਉਹਨਾਂ ਨੂੰ ਯਾਦ ਆਇਆ ਵੀ ਪਾਸਟ ਦੇ ਵਿੱਚ ਉਹਨਾਂ ਨੇ ਜਿਹੜੀ ਚੀਜ਼ ਕੀਤੀ ਸੀ ਉਹਨੂੰ ਭੁੱਲ ਜਾਵੇ, ਅਤੇ ਉਹ ਕੀ ਆ ਜੇਕਰ ਉਹ ਬੰਦਾ ਉਹਨਾਂ ਨੂੰ ਦੁਬਾਰਾ ਮਿਲ ਗਿਆ ਤਾਂ ਉਹ ਉਹਨਾਂ ਨੂੰ ਮਾਰ ਦੇਗਾ। ਅਤੇ ਇਸ ਤਰੀਕੇ ਨਾਲ ਉਹਨਾਂ ਨੇ ਉਹਨੂੰ ਜਿਉਂਦੇ ਰਹਿਣ ਦੇ ਲਈ ਇਹ ਚੀਜ਼ਾਂ ਦਿੱਤੀਆਂ। ਬੜੀ ਇੰਪਰੈਸਿਵ ਜਿਹੀਆਂ ਗੱਲਾਂ ਦੱਸੀਆਂ ਹੋਈਆਂ ਨੇ ਐਸਟਰੋਲੋਜੀ ਦੇ ਬਾਰੇ, ਜਿਹੜੀਆਂ ਉਹਨਾਂ ਦੀ ਸਕਿੱਲਸ ਹੁੰਦੀਆਂ ਜੋਸ਼ੀਆਂ ਦੀਆਂ ਸਕਿੱਲਸ ਬਾਰੇ ਦੱਸਿਆ ਗਿਆ ਵਾ। ਇਹਦੇ ਵਿੱਚ ਦੱਸਿਆ ਗਿਆ ਵੀ ਉਹ ਕਿਸ ਤਰੀਕੇ ਨਾਲ ਜਿਹੜੇ ਕੋਇਨਸ ਨੇ ਉਹ ਲੈ ਲੈਂਦੇ ਆ, ਅਤੇ ਉਹ ਪਰਫੈਕਸ਼ਨ ਜਦੋਂ ਉਹ ਕਿਸੇ ਬੰਦੇ ਨੂੰ ਸਰਟੀਫਾਈ ਕਰ ਦਿੰਦੇ ਆ ਤਾਂ ਐਸਟਰੋਲੋਜੀਸ ਉਹਨਾਂ ਨੂੰ ਕੋਈ ਵੀ ਚੀਜ਼ਾਂ ਮਿਲ ਜਾਂਦੀਆਂ ਨੇ। ਤਾਂ ਇਸ ਚੀਜ਼ ਦੇ ਉੱਤੇ ਬੇਸਡ ਇਹ ਚੈਪਟਰ ਆ। ਇਸ ਚੈਪਟਰ ਨੂੰ ਜਿਹੜਾ ਵਾ ਇਹਦੇ ਵਿੱਚ ਦੱਸਿਆ ਗਿਆ ਵੀ ਕਿਸ ਤਰੀਕੇ ਨਾਲ ਉਹਨਾਂ ਨੇ ਇਹ ਕੋਇਨ ਇਕੱਠੇ ਕਰਦੇ ਆ, ਅਤੇ ਕਿਸ ਤਰੀਕੇ ਨਾਲ ਉਹਨਾਂ ਦਾ ਇੱਕ ਜਿਹੜਾ ਦਿਲ ਦੇ ਉੱਤੇ ਇੱਕ ਬੋਝ ਸੀਗਾ ਕਿਸੇ ਬੰਦੇ ਦੇ ਮਰਡਰ ਦਾ, ਅਤੇ ਉਹ ਸਟੋਰੀ ਕਿਵੇਂ ਸੋਲਵ ਹੋਈ ਉਹਦੇ ਬਾਰੇ ਸਾਰਾ ਕੁਛ ਇਸ ਸਟੋਰੀ ਦੇ ਵਿੱਚ ਲਿਖਿਆ ਗਿਆ ਵਾ। ਦੇਖੋ ਸਟੋਰੀ ਦੇ ਵਿੱਚ ਕੀ ਆ, ਉਹਨਾਂ ਨੇ ਸਟਾਰਟ ਕੀਤੀ ਆ ਜਿਹੜੀ ਸਟੋਰੀ ਦੇ ਵਿੱਚ ਉਹ ਹੈ ਵੀ ਇਹ ਸਟੋਰੀ ਦੇ ਵਿੱਚ ਸਟਿਲ ਟੇਲਰ ਤੱਕ ਦੱਸਿਆ ਗਿਆ। ਦੇਖੋ ਇਹਦੇ ਵਿੱਚ ਕੀ ਆ, ਪਹਿਲਾਂ ਕਹਿੰਦੇ ਵੀ ਜਿਹੜੀਆਂ ਆਈਸ ਸਪਾਰਕ ਕਰ ਰਹੀਆਂ ਸੀਗੀਆਂ ਦੀਆਂ ਸ਼ਾਰਪ ਅਬਨੋਰਮਲ ਗ੍ਰਿਮਸਨਸ ਆਰ ਰੀਅਲੀ ਆਊਟਕਮਿੰਗਸ ਟੂ ਦੀਆਂ ਕੰਟੀਨਿਊਸਲੀ ਸਰਚਿੰਗ ਲੁਕਿੰਗ ਫॉर ਦੀਆਂ ਕਸਟਮਰਸ, ਬਟ ਵਿਚ ਆਫ ਦੀਆਂ ਸਿੰਪਲ ਕਲਾਇੰਟਸ ਟੁਕ ਟੂ ਦੀ ਪ੍ਰੀਨੋਟਿਕਲ ਲਾਈਟਸ ਐਂਡ felt comforted. The power of his eyes is a considerable enhanced to the position place as there were to the between to the painter and foreheads of to the dark wixers and streamers down to his cheeks, even the half of bits of the eyes and sparks such of to the sitting। ਕਹਿੰਦੇ ਉਹਨਾਂ ਦੀਆਂ ਜਿਹੜੀਆਂ ਅੱਖਾਂ ਸੀਗੀਆਂ ਉਹ ਹਮੇਸ਼ਾ ਇਹ ਚੀਜ਼ਾਂ ਲੱਭਦੀਆਂ ਰਹਿੰਦੀਆਂ ਨੇ ਵੀ ਕਦੋਂ ਉਹਨਾਂ ਦਾ ਕੋਈ ਕਸਟਮਰ ਆਵੇ। ਉਹ ਸਿੰਪਲੀ ਆਪਣੇ ਕਲਾਇੰਟਸ ਦੇ ਕੀ ਆ ਭਵਿੱਖਬਾਣੀ ਜਾਂ ਉਹਨਾਂ ਨੂੰ ਲਾਈਟਸ ਦੇ ਥਰੂ ਉਹਨਾਂ ਨੂੰ ਕੰਫਰਟ ਪ੍ਰੋਵਾਈਡ ਕਰਦੇ ਆ। ਉਹਨਾਂ ਦੀਆਂ ਅੱਖਾਂ ਦੇ ਵਿੱਚ ਇਹੀ ਚੀਜ਼ਾਂ
ਜਾਂ ਇੱਕ ਪਲੇਸ ਦੇ ਉੱਤੇ ਬੈਠ ਕੇ ਉਹ ਹਮੇਸ਼ਾ ਦੇਖਦੇ ਰਹਿੰਦੇ, ਹਰ ਇੱਕ ਬੰਦੇ ਨੂੰ ਉਹਨੂੰ ਡਾਇਕ ਦੇ ਨਾਲ ਦੇਖਦੇ ਰਹਿੰਦੇ ਆ, ਤਾਂ ਜੋ ਕੀ ਆ ਉਹਨਾਂ ਨੂੰ ਪ੍ਰੋਪਰ ਸਮਝ ਸਕਣ ਵੀ ਉਹਦੇ 'ਤੇ ਕੀ ਆ। ਉਹਨਾਂ ਨੇ ਇੱਕ ਸਿਰ ਦੇ ਉੱਤੇ ਕੇਸਰੀ ਜੀ ਪਗੜੀ ਬੰਨੀ ਹੁੰਦੀ ਆ, ਅਤੇ ਉਹ ਜਿਹੜੇ ਵੀ ਰੰਗ ਦਾ ਜਿਹੜਾ ਵੀ ਅਸਰ ਮੇਲ ਖਾਂਦਾ ਹੁੰਦਾ ਉਹ ਸਫਲ ਰਹਿੰਦਾ ਵਾ। ਉਹ ਹਮੇਸ਼ਾ ਲੋਕਾਂ ਨੂੰ ਖਿੱਚ ਪਾਉਂਦੇ ਰਹਿੰਦੇ ਆ, ਜਿਵੇਂ ਮਧੂ ਮੱਖੀ ਜਿਹੜੀਆਂ ਹੁੰਦੀਆਂ ਨੇ ਉਹ ਇੱਕ ਦੂਸਰੇ ਨੂੰ ਅਟਰੈਕਟ ਕਰਦੀਆਂ ਨੇ ਉਹਦੇ ਲਈ। ਤਾਂ ਉਹਨਾਂ ਦੀ ਜਿਹੜੀ ਟਰਬਨ, ਜਿਹੜੀ ਸੈਫਰਨ ਕਲਰ ਦੀ ਟਰਬਨ ਬੰਨੀ ਉਹਨਾਂ ਦੇ ਸਿਰ ਦੇ ਉੱਤੇ, ਅਤੇ ਉਹ ਹਮੇਸ਼ਾ ਉਹਨਾਂ ਨੂੰ ਕੀ ਆ ਅਟਰੈਕਟ ਕਰਦੀ ਆ, ਤਾਂ ਜੋ ਕੀ ਆ ਵੀ ਉਹ ਸਾਰੇ ਬੰਦੇ ਉਹਨਾਂ ਕਰਨੀ ਦੇਖਣ। ਅਤੇ ਇਹਦੇ ਵਿੱਚ ਕੀ ਆ ਜਿਹੜਾ ਇਹ ਇਟ ਵਾਜ਼ ਦੀ ਆ ਰਿਮਾਰਕੇਬਲ ਪਲੇਸ ਟੂ ਦੀ ਆ ਵੇਜ਼ ਦੀ ਸਟਰਿੰਗ ਕਰਾਊਡਸ ਆਫ ਦੀ ਅਵੇ ਫਰੋਮ ਅਪ ਐਂਡ ਡਾਊਨਸ ਟੂ ਦੀ ਨੈਰੋ roads and moving morning to till nights. The varieties of to their trades and occupation are to their representing all its ways and medicine sailors stolen hardwares junks magicians and above all are to the auctioneer to the cheap clothes are created to the enough times of the all day to attract। ਕਹਿੰਦੇ ਉਹ ਹਮੇਸ਼ਾ ਕੀ ਆ ਇਸ ਦਿਨ ਉਹ ਇੱਕ ਜਿਹੜਾ ਸੜਕ ਦੇ ਉੱਤੇ ਬੈਠ ਜਾਂਦੇ ਆ, ਸਵੇਰ ਤੋਂ ਸ਼ਾਮ ਤੱਕ ਭੀੜ ਜਿਹੜੀ ਆ ਉਹ ਨਿਰੰਤਰ ਉਹਨਾਂ ਦੇ ਸਾਹਮਣੇ ਆਉਂਦੀ ਜਾਂਦੀ ਰਹਿੰਦੀ ਆ। ਉੱਥੇ ਕਈ ਲੋਕ ਲੰਘਦੇ ਆ, ਜਿਵੇਂ ਕਿ ਦਵਾਈਆਂ ਵੇਚਣ ਵਾਲੇ, ਚੋਰੀ ਦਾ ਸਮਾਨ ਵੇਚਣ ਵਾਲੇ, ਜਾਦੂ ਦਿਖਾਉਣ ਵਾਲੇ, ਅਤੇ ਸਭ ਤੋਂ ਵੱਧ ਜਿਹੜੀ ਇੱਕ ਸਸਤੀ ਕਿਸਮ ਦੇ ਕੱਪੜੇ ਵੇਚਣ ਵਾਲੇ ਲੋਕ ਆਉਂਦੇ ਜਾਂਦੇ ਰਹਿੰਦੇ ਆ। ਅਤੇ ਉਹਦਾ ਪੂਰਾ ਦਿਨ ਜਿਹੜਾ ਵਾ ਉਹ ਸ਼ੋਰ ਸ਼ਰਾਬਿਆਂ ਦੇ ਵਿੱਚ ਹੀ ਬੀਤ ਜਾਂਦਾ ਵਾ, ਅਤੇ ਉਹ ਪੂਰੇ ਨਗਰ ਜਿਹੜਾ ਵਾ ਉਹਨੂੰ ਆਕਰਸ਼ਿਤ ਕਰਦਾ ਰਹਿੰਦਾ ਵਾ। ਨੈਕਸਟ ਹੈ ਦੀ ਹੋਲ ਟਾਊਨ ਆਫ ਦੀ ਨੈਕਸਟ ਆਫ ਟੂ ਦੀ conspicuous comes to the vendors and to the fair to the groundnuts and gives to the wares of the fancies names each days the calling to the Bombay's ice creams one day and next day to the Delhi almonds and the third day the Raja's delicacies and so on and the fourth and the people was flocked to him and the considerable proportion of the clouds were elate before to the astrologers too. The astrologers to the transact his business by the lights of the fields and cracked and smoked up above to the groundnuts helps to the nearby। ਕਹਿੰਦੇ ਜੀ ਉਹ ਕੀ ਆ ਜਿਹੜਾ ਸ਼ੋਰ ਮਚਾਉਂਦੇ ਰਹਿੰਦੇ ਆ ਇੱਕ ਨੰਬਰ ਤੋਂ ਦੂਜੀ ਜਗ੍ਹਾ ਤੱਕ ਕੀ ਆ ਉਹ ਸਾਰੇ ਜਣੇ, ਜਿਵੇਂ ਮੂੰਗਫਲੀ ਵੇਚਣ ਵਾਲਾ ਫੇਰੀਆਂ ਲਾਉਂਦਾ ਹੁੰਦਾ ਵਾ। ਕਹਿੰਦੇ ਉਹ ਹਰ ਰੋਜ਼ ਜਿਹੜੀਆਂ ਮੂੰਗਫਲੀਆਂ ਨੇ ਇੱਕ ਤਾਜ਼ੇ ਤਰ੍ਹਾਂ ਦੀਆਂ ਦਿੰਦਾ ਰਹਿੰਦਾ ਵਾ, ਜਿਸ ਨੂੰ ਕਦੀ ਉਹ ਕਹਿੰਦਾ ਬੰਬੇ ਦੀ ਆਈਸਕ੍ਰੀਮ, ਦੂਜੇ ਦਿਨ ਦਿੱਲੀ ਦਾ ਬਦਾਮ, ਤੀਜੇ ਦਿਨ ਰਾਜੇ ਦੇ ਰਸਗੁੱਲੇ ਕਹਿ ਕੇ ਚਲਾਉਂਦਾ ਰਹਿੰਦਾ, ਅਤੇ ਭੀੜ ਉਹਦੇ ਕੋਲ ਆਉਂਦੀ ਰਹਿੰਦੀ ਆ। ਕਹਿੰਦੇ ਇਹ ਭੀੜ ਦਾ ਕਾਫੀ ਵੱਡਾ ਹਿੱਸਾ ਉਹ ਜੋਸ਼ੀ ਦੇ ਬੈਠੇ ਸਮੇਂ ਤੱਕ ਬੀਤਦਾ ਰਹਿੰਦਾ ਵਾ। ਜਿਹੜਾ ਜੋਸ਼ੀ ਆ ਉਹ ਉਸ ਕੰਮ ਦੇ ਵਿੱਚ ਰੌਸ਼ਨੀ ਦਿੰਦਾ ਰਹਿੰਦਾ, ਜਿਵੇਂ ਜੋ ਨੇੜੇ ਹੀ ਜਿਹੜਾ ਮੂੰਗਫਲੀ ਦਾ ਢੇਰ ਦੇ ਉੱਪਰ ਪੈ ਰਹੀ ਹੁੰਦੀ ਆ, ਅਤੇ ਉਹਦੇ ਨਾਲ ਉਹ ਕੀ ਆ ਜਗ੍ਹਾ ਦੇ ਵਿੱਚ ਅੱਧਾ ਆਕਰਸ਼ਣ ਗੱਲ ਕਰਨ ਦਾ ਸੀ, ਜਿਸ ਦੇ ਵਿੱਚ ਨਿਗਮ ਦੀ ਰੌਸ਼ਨੀ ਦਾ ਕੋਈ ਪ੍ਰਬੰਧ ਨਹੀਂ ਸੀਗਾ, ਉੱਥੇ ਵਰਕ ਕਰਦਾ ਸੀ। ਦੈਨ ਕੀ ਆ the effect of to have not to the benefit of to the municipal lighting, ਉਹ municipal light ਦਾ ਕੋਈ benefits ਨਹੀਂ ਸੀਗਾ, ਅਤੇ ਉਹ ਸ਼ਾਪ ਦੀਆਂ ਲਾਈਟਸ ਤੋਂ ਸੀਗਾ। 1 and 2 was to the hillings to the glass lights gas lights and some was to the nicked flag to the struck off to the pole and there was to the lift up to the old cycle lamps and one of the two likes the astrologers managed without lights of their own। It was to the windings to the crisscross of to the lights rows and moving the shadows. The shooters of the astrologers were very well and the simple reason that he had not to be a least to the intended to be a astrologers when to the beginning of their life and he knew that no more what he was going to the happen to the himself in the next minute। He was to the much of to the stranger of the stars as were his innocent customers yet to be a said think which is pleased and astrologized। ਕਹਿੰਦੇ ਵੀ ਉਹ ਕੀ ਆ ਜੋਸ਼ੀ ਜਿਹੜਾ ਵਾ ਉਹ ਜਿਹੜੇ ਦੂਸਰੇ ਲੋਕ ਜਿਹੜੇ ਸਿਰਫ ਆਪਣੀ ਦੁਕਾਨ ਦੇ ਵਿੱਚ ਕੀ ਆ ਕੁਛ ਕੁ ਦੀਵੇ ਚਲਾ ਕੇ ਰੌਸ਼ਨੀ ਕਰ ਰਹੇ ਨੇ, ਇੱਕ ਦੋ ਜਿਹੜੇ ਨੇ ਉਹ ਗੈਸ ਲੈਂਪ ਜਿਹੜਾ ਲੈ ਕੇ ਆ ਰਹੇ ਨੇ ਉਹਦੇ ਨਾਲ ਕਰ ਰਹੇ ਨੇ। ਕੋਈ ਇੱਕ ਜਣਾ ਕੀ ਕਰਦਾ ਉਹ ਡੰਡੇ ਨੂੰ ਇੱਕ ਮਿਸਾਲ ਜੀ ਬਣਾ ਲੈਂਦਾ ਵਾ, ਜਿਵੇਂ ਕਿ ਸਟਰੀਟ ਲੈਂਪ ਦੇ ਵਿੱਚ ਹੁੰਦਾ ਵਾ, ਉਵੇਂ ਬਣਾ ਕੇ ਫਿਰ ਉਹ ਕਰਦੇ ਆ। ਕੁਛ ਕੁ ਲੋਕ ਕੀ ਆ ਸਾਈਕਲਾਂ ਦੇ ਵਿੱਚ ਲੱਗਣ ਵਾਲੇ ਪੁਰਾਣੇ ਲੈਂਪ ਜਿਹੜੇ ਲਗਾ ਕੇ ਉਹ ਜੋਸ਼ ਕਰਦੇ ਆ। ਇੱਕ ਜਾਂ ਦੋ ਜੋਸ਼ੀ ਜਿਹੜੇ ਮੇਰੇ ਵਰਗੇ ਨੇ ਉਹ ਕੀ ਆ ਨਿੱਜੀ ਲੈਂਪ ਤੋਂ ਬਿਨਾਂ ਵੀ ਆਪਣਾ ਕੰਮ ਚਲਾ ਲੈਂਦੇ ਆ। ਕਹਿੰਦੇ ਇਹ ਸਭ ਜੋਸ਼ੀ ਇੱਕ ਠੀਕ ਹੀ ਹਨ ਕਿ ਜਿਹੜੇ ਆਪਣੇ ਜੀਵਨ ਦੇ ਵਿੱਚ ਜੋਸ਼ੀ ਬਣਨ ਦਾ ਵਿਚਾਰ ਕਦੇ ਨਹੀਂ ਰੱਖਦੇ ਸੀ। ਕਹਿੰਦੇ ਵੀ ਅਸੀਂ ਜਿੰਨੇ ਵੀ ਬੰਦੇ ਸੀਗੇ ਕੋਈ ਵੀ ਬੰਦਾ ਕੀ ਆ ਇਹ ਵਿਸ਼ਵਾਸ ਨਹੀਂ ਰੱਖਦਾ ਵੀ ਅਸੀਂ ਕੀ ਆ ਜੋਸ਼ੀ ਬਣਨਾ ਵਾ। everyone that to be a more of the matter of studies practice and schedule grasses work all the same so we much have to be a honest man's labor as any other and he deserves to the wages he carried home at to the end of the day। He had left his village without of to the previous thoughts of the plans and it had to be a continuously it would be a carried to the work of to the forfeiters names and tilling the lands and living and marrying and ripening his to the cornfields and the ancestral homes
but that was not to be a bee. He had been to leave the home without telling anything, and he could be not rest till left it behind to the couple of 100 miles and to the village and the great deals if an oceans was flown between। ਕਹਿੰਦੇ ਵੀ ਜਿਹੜਾ ਐਸਟਰੋਨੌਟ ਦੀ ਜਿਹੜੀ ਲਾਈਫ ਆ ਕਹਿੰਦੇ ਉਹ ਕੀ ਆ ਜ਼ਿੰਮੇਵਾਰੀ ਅਤੇ ਜਿਹੜੀ ਅਨੁਮਾਨ ਦੇ ਉੱਤੇ ਲਗਾਉਣ ਦੀ ਗੱਲਬਾਰੀ ਦੇ ਉੱਤੇ ਆ। ਕਹਿੰਦੇ ਫਿਰ ਵੀ ਇੱਕ ਇਮਾਨਦਾਰ ਆਮਦੀ ਜਿਹੜਾ ਵਾ ਉਹ ਮਿਹਨਤ ਦਾ ਕੰਮ ਕਰਦਾ ਸੀ ਅਤੇ ਉਹ ਜਿਹੜੀ ਕਮਾਈ ਸੀ ਉਹ ਸੱਚੀ ਅਤੇ ਹੱਕਦਾਰ ਦੀ ਹੁੰਦੀ ਸੀ। ਦਿਨ ਖਤਮ ਹੋਣ ਦੇ ਨਾਲ ਹੀ ਉਹ ਆਪਣੇ ਘਰ ਦੇ ਵਿੱਚ ਲੈ ਆਇਆ ਕਰਦੇ ਸੀ। ਕਹਿੰਦਾ ਵੀ ਇਹ ਜਿਹੜਾ ਵਿਚਾਰ ਸੀ ਬਿਨਾਂ ਮੈਨੂੰ ਆਪਣੇ ਕਹਿੰਦਾ ਇਹ ਪੂਰੇ ਵਿਚਾਰ ਸੀਗੇ ਜਿਹੜੀ ਮੈਂ ਯੋਜਨਾ ਤੋਂ ਬਿਨਾਂ ਆਪਣਾ ਜਿਹੜਾ ਪਿੰਡ ਸੀਗਾ ਉਹ ਛੱਡ ਕੇ ਚਲਾ ਆਇਆ ਸੀਗਾ। ਉੱਥੇ ਉੱਥੇ ਜ਼ਿਆਦਾ ਸਮੇਂ ਮੈਂ ਰੱਖਿਆ ਨਹੀਂ ਸੀਗਾ ਕਿਉਂਕਿ ਉੱਥੇ ਮੇਰੇ ਪੂਰਵਜਾਂ ਦਾ ਕੰਮ ਕਰਦੇ ਸੀਗੇ। ਉਹ ਜ਼ਮੀਨ ਨੂੰ ਜੋਤਦੇ ਸੀਗੇ, ਉੱਥੇ ਰਹਿੰਦੇ ਸੀ, ਵਿਆਹ ਕਰਦੇ ਸੀ ਅਤੇ ਅਨਾਜ ਦੇ ਖੇਤ 'ਤੇ ਪੂਰਵਜਾਂ ਦਾ ਘਰ ਵੀ ਰਹਿੰਦੇ ਸੀ। ਹੋਏ ਬੁੱਢਾ ਹੋ ਜਾਂਦਾ ਅਤੇ ਪਰ ਅਜਿਹਾ ਹੋਣਾ ਨਹੀਂ ਲਿਖਿਆ ਸੀ। ਕਹਿੰਦਾ ਵੀ ਉਸਨੇ ਕਿਸੇ ਨੂੰ ਦੱਸਿਆ ਨਹੀਂ ਕਿ ਉਹ ਆਪਣਾ ਘਰ ਛੱਡਣਾ ਪਿਆ ਅਤੇ ਉਹਨੇ ਕਦੀ ਆਰਾਮ ਨਾਲ ਕਦੀ ਬੈਠ ਨਹੀਂ ਸਕਿਆ। ਉਹ ਆਪਣੇ ਪਿੰਡ ਤੋਂ ਜਦੋਂ 100 ਕਿਲੋਮੀਟਰ ਤੱਕ ਨਹੀਂ ਛੱਡ ਕੇ ਆਇਆ ਉਦੋਂ ਤੱਕ ਉਹ ਬੈਠਿਆ ਨਹੀਂ। ਅਤੇ ਇੱਕ ਪਿੰਡ ਦੇ ਆਦਮੀ ਨੇ ਵੀ ਉਹਨਾਂ ਦਾ ਬਹੁਤ ਵੱਡਾ ਫਾਸਲਾ ਸੀ। ਮੰਨੋ ਵੀ ਉਹ ਥਾਂ ਦੇ ਵਿਚਾਲੇ ਜਿਵੇਂ ਇੱਕ ਸਮੁੰਦਰ ਪੈਂਦਾ ਹੁੰਦਾ, ਇੰਨਾ ਜ਼ਿਆਦਾ ਉਹਨਾਂ ਨੇ ਆਪਣਾ ਇੱਕ ਡਿਫਰੈਂਸ ਜਿਹੜਾ ਸੀ ਉਹ ਆਪਣੇ ਫਰੈਂਡਸ ਦੇ ਨਾਲ ਕ੍ਰੀਏਟ ਕਰ ਲਿਆ ਸੀ। ਹੀ ਹੈਡ ਟੂ ਬੀ ਅ ਵਰਕਿੰਗ ਐਨਾਲਾਈਜ਼ ਟੂ ਦੀ ਮੈਨਕਾਈਂਡਸ ਟਰਬਲਸ ਟੂ ਦੀ ਮੈਰਿਜ ਮਨੀਜ਼ ਐਂਡ losses of the money of the man's the long practice and sharpened of to the perceptions within to the minutes after he understood, but he was wrong. He was to the charged the 3 piles of tears and never opened his mouth till to the others had to spoken at least to the 10 minutes, which was approved him to the enough stuffs of to the dozens answers and advice when he told to the man before he was greasing to the palms his many ways of to you not to be getting to the fullest to the results of his efforts। 9 out of 10 there was disposed to the agree with him। ਕਹਿੰਦੇ ਵੀ ਜਿਹੜਾ ਜੋਸ਼ੀ ਦਾ ਕੰਮ ਆ ਉਹ ਕਹਿੰਦਾ ਉਹ ਕਈ ਸਮੱਸਿਆਵਾਂ ਨਾਲ ਭਰਿਆ ਹੋਇਆ ਵਾ, ਪਰ ਇਹਦੇ ਵਿੱਚ ਵੀ ਇੱਕ ਲਾਇਕ ਗਿਆਨ ਹੋਣਾ ਬਹੁਤ ਜ਼ਰੂਰੀ ਆ। ਕਹਿੰਦੇ ਬੰਦੇ ਜਾਣਦੇ ਆ ਕਿ ਆਮ ਸਮੱਸਿਆਵਾਂ ਕਿਹੜੀਆਂ ਹੁੰਦੀਆਂ ਨੇ, ਜਿਵੇਂ ਵਿਆਹ ਹੋ ਗਿਆ, ਪੈਸਾ ਹੋ ਗਿਆ, ਨੌਕਰੀ ਹੋ ਗਈ, ਤਬਾਦਲਾ ਹੋ ਗਿਆ, ਤਰੱਕੀ ਹੋ ਗਈ, ਜਾਂ ਮਨੁੱਖੀ ਸੰਬੰਧਾਂ ਦੇ ਵਿੱਚ ਉਲਝੇ ਹੋਏ ਤੇ ਰਹਿਣਾ ਵਾ। ਕਹਿੰਦੇ ਲੰਬੇ ਅਭਿਆਸ ਦੀ ਵਜ੍ਹਾ ਦੇ ਕਰਕੇ ਉਸਦੀ ਸੂਝ-ਬੂਝ ਤੇਜ਼ ਹੋ ਜਾਂਦੀ ਆ ਅਤੇ 5 ਮਿੰਟ ਦੇ ਵਿੱਚ ਉਹ ਸਮਝ ਜਾਂਦਾ ਵਾ ਕਿ ਵਿਅਕਤੀ ਨੂੰ ਪਰੇਸ਼ਾਨੀ ਕੀ ਹੈ। ਉਹ ਹਰ ਇੱਕ ਸਵਾਲ ਦੇ ਵਿੱਚ 3 ਪਾਈ ਵਸੂਲ ਕਰਦਾ ਸੀਗਾ ਅਤੇ ਉਹ ਜਿਹੜਾ ਸੀਗਾ ਜਿਵੇਂ ਕਿ ਮੰਨ ਲਓ ਵੀ 1 ਰੁਪਏ ਦੇ ਵਿੱਚ 93 ਹਿੱਸੇ ਇਹਦੇ ਬਾਰੇ ਦੱਸਿਆ ਗਿਆ ਵਾ ਵੀ ਉਹਨੂੰ ਇੰਨਾ ਮਿਲ ਜਾਂਦਾ ਸੀਗਾ। ਫਿਰ ਉਹ ਜੋਸ਼ੀ ਜਿਹੜਾ ਸੀ ਉਹ ਆਪਣਾ ਮੂੰਹ ਨਹੀਂ ਖੋਲ੍ਹਦਾ ਸੀ ਜਦੋਂ ਤੱਕ ਕਿ ਦੂਸਰਾ ਵਿਅਕਤੀ ਘੱਟੋ ਘੱਟ 10 ਮਿੰਟ ਤੱਕ ਬੋਲ ਨਹੀਂ ਚੁੱਕਾ ਹੁੰਦਾ ਸੀ। ਅਤੇ ਉਹ 1 ਦਰਜਨ ਜਿਹੜੇ ਉੱਤਰ ਸੀਗੇ ਉਹ ਕਾਫੀ ਸਮੱਗਰੀ ਮਿਲ ਜਾਂਦੀ ਸੀਗੀ ਅਤੇ ਉਹ ਸਾਹਮਣੇ ਬੈਠੇ ਵਿਅਕਤੀ ਦੀ ਹਥੇਲੀ ਨੂੰ ਦੇਖ ਕੇ ਕਹਿੰਦਾ ਹੁੰਦਾ ਸੀਗਾ। ਦੇਖੋ ਹੁਣ ਉਹਨੇ ਕੀ ਕਿਹਾ ਵੀ ਉਹਦੀ ਹਥੇਲੀ ਦੇਖ ਕੇ ਫਿਰ ਉਹ ਸਾਰਾ ਕੁਛ ਗੈਸ ਲਾ ਲੈਂਦਾ ਸੀ ਵੀ ਉਹ ਕੀ ਸੀਗਾ। ਆਨਸ ਟੂ ਦੀ ਕੁਐਸਚਨਿੰਗ there was any woman in your family maybe even to the distant to the relatives who is not to be disposed towards to you, and he gives to the analyze to the character most of to your troubles are due to the your natures how you can to be otherwise the Saturns where he is you have and to the immortous natures and rough exteriors. This was endeared him to their heart immediately, and even their mildest us to their loves to think that he was to their forbidding exteriors। ਕਹਿੰਦੇ ਵੀ ਜਦੋਂ ਮੈਨੂੰ ਆਪਣੀ ਹਥੇਲੀ ਦਿਖਾਉਂਦਾ ਤਾਂ ਮੈਂ ਉਹਨੂੰ ਇੱਕ ਹੀ ਗੱਲ ਕਹਿ ਦਿੰਦਾ ਵੀ ਤੈਨੂੰ ਜਿਹੜਾ ਆਪਣੀ ਮਿਹਨਤ ਦਾ ਉਹ ਪੂਰਾ ਫਲ ਨਹੀਂ ਮਿਲ ਰਿਹਾ। ਕਹਿੰਦਾ ਵੀ ਤੁਹਾਡੇ ਘਰ ਦੇ ਵਿੱਚ ਕੋਈ ਔਰਤ ਹੋਊਗੀ, ਸ਼ਾਇਦ ਉਹ ਕੀ ਆ ਵੀ ਤੁਹਾਨੂੰ ਤੁਹਾਡੇ ਰਿਸ਼ਤੇ ਸੰਬੰਧੀ ਆ ਤੋਂ ਦੂਰ ਲੈ ਕੇ ਜਾ ਰਹੀ ਹੈ ਜਾਂ ਤੁਹਾਨੂੰ ਚੰਗਾ ਨਹੀਂ ਸਮਝਦੀ ਹੈਗੀ। ਅਤੇ ਜਦੋਂ ਕੋਈ ਗ੍ਰਾਹਕ ਉਹਦੇ ਚਰਿੱਤਰ ਦਾ ਵਿਸ਼ਲੇਸ਼ਣ ਕਰਨ ਲੱਗਦਾ ਤਾਂ ਉਹ ਜ਼ਿਆਦਾਤਰ ਜਿਹੜਾ ਸਮੱਸਿਆਵਾਂ ਸੀਗਾ ਉਹ ਤੁਹਾਡੇ ਸੁਭਾਅ ਦੇ ਵਜ੍ਹਾ ਨਾਲ ਹੋਈਆਂ ਹੁੰਦੀਆਂ ਸੀ ਉਹ ਦੱਸ ਦਿੰਦਾ ਸੀ। ਇਸ ਤੋਂ ਵੱਖਰਾ ਜਿਵੇਂ ਹੋ ਸਕਦਾ ਸੀ ਉਹ ਕਹਿੰਦਾ ਵੀ ਸ਼ਨੀ ਜਿਹੜਾ ਵਾ ਜਿਸ ਜਗ੍ਹਾ ਦੇ ਉੱਤੇ ਬੈਠਾ ਹੋਵੇ ਉੱਥੇ ਹੀ ਬੈਠਾ ਹੋਇਆ ਹੈ। ਕਹਿੰਦਾ ਵੀ ਜਿਹੜਾ ਸ਼ਨੀ ਹੁੰਦਾ ਵਾ ਅਤੇ ਉਹ ਇਹ ਦੋਸ਼ ਤੁਹਾਡਾ ਨਹੀਂ ਹੈ ਬਲਕਿ ਇਹ ਕੀ ਆ ਗ੍ਰਹਿਆਂ ਦਾ ਦੋਸ਼ ਆ। ਅਤੇ ਇਹ ਗੱਲਾਂ ਕਰਕੇ ਤੁਰੰਤ ਜਿਹੜੇ ਗ੍ਰਾਹਕ ਸੀਗੇ ਉਹਨਾਂ ਦਾ ਦਿਲ ਜਿੱਤ ਲੈਂਦੇ ਸੀਗੇ, ਕਿਉਂਕਿ ਜਿਹੜੇ ਗ੍ਰਾਹਕ ਹੁੰਦੇ ਸੀਗੇ ਉਹੀ ਸੋਚਣਾ ਪਸੰਦ ਕਰਦੇ ਸੀ ਵੀ ਉਹਨਾਂ ਮੁਸੀਬਤ ਦੇ ਲਈ ਉਹ ਆਪਣੇ ਆਪ ਨੂੰ ਜ਼ਿੰਮੇਵਾਰ ਨਹੀਂ ਹੈ, ਤਾਂ ਕਿ ਉਹਨੂੰ ਇਸ ਤਰੀਕੇ ਨਾਲ ਉਹ ਇਨਫਲੂਐਂਸ ਕਰ ਲੈਂਦਾ ਸੀ ਅਤੇ ਉਹਨਾਂ ਨੂੰ ਸਮਝਾ ਲੈਂਦਾ ਸੀ ਵੀ ਤੁਸੀਂ ਉਸ ਚੀਜ਼ ਦੇ ਲਈ
ਦੇ ਲਈ ਉਹ ਜ਼ਰੂਰੀ ਨਹੀਂ ਹੈਗਾ ਵਾ। ਅਤੇ ਇਸੇ ਤਰੀਕੇ ਨਾਲ ਕੀ ਆ, ਸੈਟ ਟੂ ਦੀਆਂ ਟਿਲਿੰਗ ਆਫ ਟੂ ਦੀਆਂ ਪਾਮਸ ਟੂਵਰਡਸ ਟੂ ਦੀਆਂ ਗ੍ਰੀਨ ਸਟਫਲ ਆਫ ਦੀਆਂ ਲਾਈਟਸ ਯੂ ਆਰ ਇਨ ਟੂ ਦੀਆਂ ਨੇਚਰ ਉਹ ਸਟੋਪ ਦੈਟ ਐਂਡ ਅਦਰ ਸੈਡ ਟੈਲ ਮੀ ਸਮਥਿੰਗ ਵਰਥ ਵਾਈਲ। ਕਹਿੰਦੇ ਵੀ ਇੱਕ ਦਿਨ ਕੀ ਹੋਇਆ, ਕਹਿੰਦੇ ਵੀ ਮੈਂ ਆਪਣਾ ਸਮਾਨ ਲਪੇਟ ਕੇ ਬਾਹਰ ਜਾ ਰਿਹਾ ਸੀਗਾ ਤਾਂ ਕੀ ਹੋਇਆ, ਮੈਨੂੰ ਇੱਕ ਛੋਟੀ ਜਿਹੀ ਰੌਸ਼ਨੀ ਦੀ ਕਿਰਨ ਕਿਤੋਂ ਆਉਂਦੀ ਦਿਖਾਈ ਦਿੱਤੀ ਅਤੇ ਉਹ ਜ਼ਮੀਨ ਦੇ ਉੱਤੇ ਪਈ। ਅਤੇ ਜੋਸ਼ੀ ਨੇ ਜਿਹੜਾ ਵਾ ਉਹ ਆਪਣੀਆਂ ਜਿਹੜੀਆਂ ਕੌਡੀਆਂ ਸੀਗੀਆਂ ਉਹ ਚੁੱਕ ਕੇ ਉਹ ਵਾਪਸ ਆਪਣੀ ਥੈਲੀ ਦੇ ਵਿੱਚ ਪਾਉਣ ਲੱਗਾ ਹੀ ਸੀ, ਤਦ ਹੀ ਉਹਨੂੰ ਇੱਕ ਨਜ਼ਰ ਆਉਂਦੀ ਹੈ ਵੀ ਇੱਕ ਵਿਅਕਤੀ ਕੀ ਉਹਦੇ ਸਾਹਮਣੇ ਖੜਾ ਹੋਇਆ ਸੀ। ਉਹ ਉਸਨੇ ਸਮਝ ਲਿਆ ਕਿ ਉਹ ਜਿਹੜਾ ਗ੍ਰਾਹਕ ਸੀ ਅਤੇ ਉਸਨੇ ਬੋਲਿਆ ਕਿ ਤੂੰ ਉਦਾਸ ਹੈ, ਵੀ ਮੈਨੂੰ ਦੱਸ, ਜੇਕਰ ਤੈਨੂੰ ਕੋਈ ਰਾਹਤ ਚਾਹੀਦੀ ਆ ਥੋੜ੍ਹੀ ਦੇਰ ਮੇਰੇ ਕੋਲ ਬੈਠ ਜਾਓ ਅਤੇ ਮੇਰੇ ਨਾਲ ਗੱਲਬਾਤ ਕਰੇ। ਅਤੇ ਉਹ ਜਿਹੜਾ ਵਿਅਕਤੀ ਆ ਉਹਨੂੰ ਉੱਤਰ ਦੇ ਵਿੱਚ ਕੁਝ ਸ਼ਬਦ ਲਈ ਬੜਬੜਾਉਂਦਾ ਵਾ ਅਤੇ ਉਹਨੂੰ ਕਹਿੰਦਾ ਵਾ ਵੀ ਦੁਬਾਰਾ ਬੇਨਤੀ ਕਰਦਾ ਵਾ ਵੀ ਆਪਣੀ ਹਥੇਲੀ ਨੱਕ ਦੇ ਹੇਠਾਂ ਧੱਕ ਕੇ, ਅਤੇ ਉਹਨੇ ਕਿਹਾ ਵੀ ਜੋਸ਼ੀ, ਵੀ ਤੂੰ ਆਪਣੇ ਆਪ ਨੂੰ ਜੋਸ਼ੀ ਕਹਿੰਦਾ ਹੈ, ਵੀ ਦੱਸ ਮੇਰੇ ਕੋਲ ਕੀ ਆ, ਵੀ ਉਹ ਆਪਣੀ ਜਿਹੜੀ ਹਥੇਲੀ ਆ ਉਹਦੇ ਸਾਹਮਣੇ ਕਰਦਾ ਵਾ। ਅਤੇ ਦੀ one of the felt of peoples I charge only their 3 pieces of per questions, but you get to the ought to be a good enough of your money. That this was the other withdrawal of his arms, took out of an annas and flux it out of him, and saying, I have there some questions to ask. If I prove you that to the bluffings, you must be a returns that the anna to me with the interest. If find my answer is satisfactory, will you give me a 5 rupees? ਕਹਿੰਦੇ ਜੀ ਫਿਰ ਉਹਨਾਂ ਦੇ ਵਿੱਚ ਕੀ ਹੋਣ ਲੱਗ ਗਈ, ਇੱਕ ਤਰ੍ਹਾਂ ਦੀ ਬਹਿਸ ਹੋਣ ਲੱਗ ਗਈ। ਉਹਨੇ ਉਹਨੂੰ ਕਿਹਾ ਵੀ ਭਾਈ ਚੱਲ ਮੈਂ ਤੈਨੂੰ ਹਰੇਕ ਕੁਐਸਚਨ ਦੇ ਵਿੱਚ ਵੀ 3 ਪਾਈ ਲੈਂਦਾ ਹਾਂ, ਵੀ ਤੇਰੇ ਤਿੱਖੇ ਸੁਰ ਵਿੱਚ, ਉਹਨੇ ਤਿੱਖੇ ਸੁਰ ਦੇ ਵਿੱਚ ਕਿਹਾ ਜੋਸ਼ੀ ਨੇ। ਅਤੇ ਉਹ ਆਦਮੀ ਨੇ ਆਪਣੀ ਬਾਂਹ ਪਿੱਛੇ ਨੂੰ ਖਿੱਚੀ ਅਤੇ ਇੱਕ ਆਨੇ ਦਾ ਸਿੱਕਾ ਕੱਢਿਆ ਅਤੇ ਉਸ ਦੇ ਸਾਹਮਣੇ ਸੁੱਟ ਕੇ ਕਿਹਾ ਵੀ ਮੈਂ ਕੁਝ ਪ੍ਰਸ਼ਨ ਪੁੱਛਦਾ ਹਾਂ, ਜੇਕਰ ਤੁਸੀਂ ਸਿੱਧ ਕਰ ਦੇਵੋ ਵੀ ਮੇਰੀ ਜਿਹੜਾ ਜਵਾਬ ਆ ਉਹ ਗਲਤ ਹਨ ਤਾਂ ਮੈਂ ਤੁਹਾਨੂੰ ਆਨਾ ਜਿਹੜਾ ਵਾ ਵਿਆਜ ਸਮੇਤ ਮੋੜਿਆ ਹੋਵੇਗਾ। ਅਤੇ ਉਹ ਕਹਿੰਦੇ ਵੀ ਜੇਕਰ ਤੂੰ, ਜਿਹੜਾ ਉਹ ਬੰਦਾ ਸੀ ਉਹਨੇ ਕਿਹਾ ਵੀ ਜੇਕਰ ਮੈਂ ਜਿਹੜਾ ਵੀ ਜਵਾਬ ਦਿੱਤਾ ਅਤੇ ਉਹ ਗਲਤ ਪ੍ਰੂਫ ਕਰ ਦਿੱਤਾ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਗਲਤ ਆ, ਤਾਂ ਫਿਰ ਕੀ ਆ ਵੀ ਤੁਸੀਂ ਮੈਨੂੰ ਕੀ ਆ ਵੀ ਇੱਕ ਆਨਾ ਵਿਦ ਵਿਆਜ ਦੇ ਨਾਲ ਤੁਸੀਂ ਮੈਨੂੰ ਵਾਪਸ ਕਰਨਾ ਵਾ। ਅਤੇ ਜਿਹੜਾ ਜੋਸ਼ੀ ਆ ਉਹ ਕਹਿੰਦਾ ਵੀ ਜੇਕਰ ਤੂੰ ਮੇਰੇ ਆਨਸਰ ਤੋਂ ਸੰਤੁਸ਼ਟ ਹੋ ਗਿਆ ਤਾਂ ਮੈਨੂੰ ਤੂੰ 5 ਰੁਪਈਏ ਦੇਵੇਂਗਾ। ਅਤੇ ਫਿਰ ਉਹ ਕਹਿੰਦਾ ਵਿਲ ਯੂ ਗਿਵ ਮੀ ਆ 8 ਆਨਾਸ, ਫਿਰ ਕਹਿੰਦਾ ਕੀ ਤੂੰ ਮੈਨੂੰ ਫਿਰ 8 ਆਨੇ ਦੇਵੇਂਗਾ। ਫਿਰ ਅੱਗੇ ਹੈਗਾ ਰਾਈਟ ਯੂ ਪ੍ਰੋਵਾਈਡ ਟੂ ਯੂ ਮੀ ਆਫ ਦੀ ਟਵਾਈਸ ਐਜ਼ ਮੱਚ if you are wrong said to be a stranger, this pact of to be accepted after the till further arguments। ਕਹਿੰਦੇ ਵੀ ਠੀਕ ਆ ਵੀ ਪਰ ਤੈਨੂੰ ਮੈਨੂੰ ਦੁੱਗਣੇ ਦੇਣੇ ਪੈਣਗੇ ਜੇਕਰ ਤੇਰੇ ਉੱਤਰ ਗਲਤ ਹੋਏ। ਅਤੇ ਉਹ ਅਜਨਬੀ ਨੇ ਉਹਨੂੰ ਕਿਹਾ ਜੋਸ਼ੀ ਨੂੰ, ਅਤੇ ਥੋੜ੍ਹੀ ਬਹਿਸ ਦੇ ਬਾਅਦ ਵੀ ਜਿਹੜਾ ਵਾ ਇਹ ਸੌਦਾ ਤੈਅ ਹੋ ਗਿਆ। ਹੁਣ ਅੱਗੇ ਕੀ ਆ ਦੇਖੋ ਜੀ, ਇਨਫੈਕਟ ਆਫ ਟੂ ਦੀ ਐਸਟਰੋਲੋਜਰਸ ਟੂ sent to the prayer to heaven as their other was to the chariots, and the astrologers to the catch a glimpse of his face of the matches light. There was to the pause as a car halts onto the road, and Jatka drivers was soon and their horse and their bubbles of to the crowds was the elegance of the semi darkness of the parks. The other sat down and shaking his chariots puffing out set there was ruthlessly. The astrologers felt very uncomfortable. Literally it took to the Anna back. I am not to be used the such challenge. It was late for today। ਕਹਿੰਦੇ ਫਿਰ ਜਿਹੜਾ ਜੋਸ਼ੀ ਸੀਗਾ ਉਹਨੇ ਜਿਹੜਾ ਸੌਦਾ ਸੀਗਾ ਉਹਦਾ ਜਿਹੜਾ ਸੌਦਾ ਤੈਅ ਹੋ ਚੁੱਕਿਆ ਸੀ। ਹੁਣ ਜੋਸ਼ੀ ਨੇ ਆਕਾਸ਼ ਦੇ ਵੱਲ ਵੇਖਿਆ ਅਤੇ ਕੁਝ ਪ੍ਰਾਰਥਨਾ ਕੀਤੀ, ਜਦ ਕਿ ਜਿਹੜਾ ਉਹ ਵਿਅਕਤੀ ਸੀਗਾ ਉਹਨੇ ਇੱਕ ਚੁਟਕੀ ਜਿਹੀ ਜਗ੍ਹਾ ਦੇ ਵਿੱਚ ਚੁਟਕੀ ਜਿਹੀ ਲਈ ਅਤੇ ਉਹਨੇ ਜੋਸ਼ੀ ਦੇ ਜਿਹੜਾ ਦਿਲਾਸਰਾਈ ਜਿਹੜੀ ਰੌਸ਼ਨੀ ਸੀਗੀ ਉਹ ਬੰਦੇ ਦੇ ਚਿਹਰੇ 'ਤੇ ਦਿਖਾਈ ਦੇ ਗਿਆ। ਅਤੇ ਜਿਹੜਾ ਜੋਸ਼ੀ ਸੀਗਾ ਉਹ ਬੇਚੈਨੀ ਜਿਹੀ ਮਹਿਸੂਸ ਕਰਨ ਲੱਗਿਆ ਅਤੇ ਆਪਣਾ ਆਨਾ ਜਿਹੜਾ ਸੀ ਉਹ ਵਾਪਸ ਲੈ ਲਿਓ ਅਤੇ ਮੈਨੂੰ ਇਸ ਤਰ੍ਹਾਂ ਦੀ ਉਹਨੇ ਫਿਰ ਜਿਹੜਾ ਉਹ ਆਨਾ ਸੀਗਾ ਉਹਨੂੰ ਵਾਪਸ ਕਰ ਰਿਹਾ ਸੀ ਅਤੇ ਉਹਨੂੰ ਕਹਿੰਦਾ ਵੀ ਮੈਨੂੰ ਇਸ ਤਰ੍ਹਾਂ ਦੀਆਂ ਚੁਣੌਤੀਆਂ ਵਧੀਆ ਨਹੀਂ ਲੱਗਦੀਆਂ, ਵੀ ਪਹਿਲਾਂ ਮੈਨੂੰ ਬਹੁਤ ਦੇਰ ਹੋ ਚੁੱਕੀ ਆ, ਵੀ ਮੈਂ ਆਪਣਾ ਸਮਾਨ ਬੰਨ੍ਹ ਕੇ ਹੁਣ ਜਾਣ ਲਈ ਤਿਆਰ ਹਾਂ, ਵੀ ਮੈਨੂੰ ਹੁਣ ਇੱਥੇ ਜਾਣ ਦਿਓ। ਹੀ ਵਾਜ਼ ਮੇਡ ਟੂ ਦੀ ਪ੍ਰਪੇਰੇਸ਼ਨ ਆਫ ਦੀ ਬੰਡਲ ਅਪ ਵਟ and the other held to the wrist of the said, you cannot to be get it now. You drugged me, and while I was passing the astrologers convincing whatever I will be not to be open my mouth, and you may not do any what you like. After the good deal of to the hagglings the other agreed. The astrologer said, you were left for a death. I am
ਰਾਈਟ। ਤੇ ਜਿਹੜਾ ਉਹ ਬੰਦਾ ਸੀਗਾ ਉਹਨੇ ਫਿਰ ਉਹਦਾ ਗੁੱਟ ਫੜ ਲਿਆ, ਕਹਿੰਦਾ ਜੀ ਜਿਹੜੀ ਆਪਣੀ ਗੱਲ ਹੋਈ ਸੀ ਪਹਿਲਾਂ ਉਹ ਗੱਲ ਕਰੋ। ਕਹਿੰਦਾ ਹੁਣ ਤੁਸੀਂ ਬਚ ਕੇ ਨਹੀਂ ਜਾ ਸਕਦੇ, ਮੈਂ ਇੱਥੋਂ ਤੁਹਾਨੂੰ ਗੁਜ਼ਰ ਰਿਹਾ ਸੀ ਤੇ ਤੁਸੀਂ ਮੇਰੇ ਕੰਨੀ ਦੇਖ ਕੇ ਘਸੀਟਿਆ, ਤਾਂ ਕਰਕੇ ਮੈਂ ਤੁਹਾਡੇ ਕੋਲ ਆਇਆ। ਤੇ ਉਹ ਬੰਦਾ ਜਿਹੜਾ ਵਾ ਜਦੋਂ ਉਹਨੂੰ ਪਕੜਿਆ ਤਾਂ ਜੋਸ਼ੀ ਜਿਹੜਾ ਸੀ ਉਹ ਕੰਬਣ ਲੱਗ ਗਿਆ, ਉਹਦੀ ਆਵਾਜ਼ ਜਿਹੜੀ ਸੀ ਉਹ ਲੜਖੜਾਉਣ ਲੱਗ ਗਈ ਤੇ ਉਹ ਕਮਜ਼ੋਰ ਪੈ ਗਿਆ। ਜਿਵੇਂ ਅੱਜ ਮੈਨੂੰ ਜਾਣ ਦਿਓ, ਉਹ ਕਹਿੰਦਾ ਵੀ ਮੈਨੂੰ ਅੱਜ ਜਾਣ ਦਿਓ, ਵੀ ਮੈਂ ਕੀ ਆ ਤੁਹਾਡੇ ਨਾਲ ਗੱਲ ਜਿਹੜਾ ਵਾ ਕੱਲ੍ਹ ਨੂੰ ਗੱਲ ਕਰ ਲੂੰਗਾ। ਤੇ ਉਹ ਵਿਅਕਤੀ ਦਾ ਜਿਹੜਾ ਆਦਮੀ ਸੀਗਾ ਉਹਨੇ ਉਹਦੀ ਹਥੇਲੀ ਜੋਸ਼ੀ ਦੀ ਉਹ ਫੜ ਕੇ ਰੱਖੀ ਤੇ ਉਹਦੇ ਚਿਹਰੇ ਵੱਲ ਧੱਕ ਦਿੱਤਾ ਤੇ ਬੋਲਿਆ, ਚੁਣੌਤੀ ਤਾਂ ਚੁਣੌਤੀ ਹੁੰਦੀ ਆ, ਤੇ ਅੱਗੇ ਵੱਧ ਗਿਆ। ਤੇ ਉਹਨੇ ਉਹਨੂੰ ਸੁੱਕੇ ਗਲੇ ਦੇ ਵਿੱਚ ਜੋਸ਼ੀ ਕਹਿਣ ਲੱਗਾ, ਇੱਕ ਔਰਤ ਹੈ। ਫਿਰ ਉਹਨੇ ਉਹਨੂੰ ਕਿਹਾ ਇੱਕ ਔਰਤ ਹੈ, ਤੇ ਉਹ ਕਹਿੰਦਾ ਬੰਦ ਕਰੋ ਜੀ। ਫਿਰ ਉਸ ਆਦਮੀ ਨੇ ਕਿਹਾ ਵੀ ਜਿਹੜਾ ਵੀ ਇਹ ਸਭ ਕੁਝ ਨਹੀਂ ਚਾਹੁੰਦਾ ਸੀ, ਉਹ ਕਹਿੰਦਾ ਵੀ ਵਰਤਮਾਨ ਖੋਜ ਵਿੱਚ ਕਾਮਯਾਬ ਹੋਵਾਂਗਾ ਤੇ ਮੈਂ ਉੱਤਰ ਦੇ ਕੇ ਆਓ, ਫਿਰ ਤੁਸੀਂ ਜਾ ਸਕਦੇ ਹੋ, ਨਹੀਂ ਤਾਂ ਤੁਹਾਨੂੰ ਮੇਰੇ ਜਿਹੜੇ ਸਾਰੇ ਸਿੱਕੇ ਨੇ ਉਹ ਦੇਣੇ ਹੀ ਪੈਣਗੇ। ਤਾਂ ਜੋਸ਼ੀ ਕਹਿੰਦਾ ਚਲੋ ਠੀਕ ਆ, ਵੀ ਆਪਾਂ ਕੀ ਕਰਦੇ ਹਾਂ ਵੀ ਕੁਛ ਕੁ ਟਾਈਮ ਦੇ ਲਈ ਇੱਥੇ ਬੈਠਦੇ ਹਾਂ ਅਤੇ ਮੈਂ ਤੁਹਾਡੇ ਨਾਲ ਗੱਲ ਕਰਦਾ ਵਾਂ। ਅਤੇ ਉਹਨਾਂ ਨੂੰ ਉਹ ਸਮਝਾਉਣ ਲੱਗ ਜਾਂਦਾ ਵਾ। ਅਤੇ ਹੁਣ ਮੈਂ ਜਿਹੜੀ ਆ ਸਾਰੀ ਸਟੋਰੀ ਆ ਇੱਥੋਂ ਨਹੀਂ, ਹੁਣ ਇੰਗਲਿਸ਼ ਦੇ ਵਿੱਚ ਨਹੀਂ ਪਲੱਸ ਪੰਜਾਬੀ ਦੇ ਵਿੱਚ ਹੀ ਐਕਸਪਲੇਨ ਕਰੂੰਗਾ। ਅਤੇ ਹੁਣ ਇਹਦੇ ਵਿੱਚ ਹੀ ਅਸੀਂ ਅੱਗੇ ਦੇਖਦੇ ਹਾਂ ਵੀ ਜਿਹੜਾ ਜੋਸ਼ੀ ਸੀਗਾ ਉਹਨੇ ਉਹ ਜਦੋਂ ਕਿਹਾ ਵੀ ਭਾਈ ਮੈਂ ਤੈਨੂੰ ਹੋਰ ਵੀ ਪੈਸੇ ਦਊਂਗਾ ਜੇ ਤੂੰ ਮੇਰੀ ਗੱਲ ਮੰਨੇਗਾ, ਉਹ ਕਹਿੰਦਾ ਨਾ ਜੀ ਮੈਂ ਆਪਣਾ ਮੂੰਹ ਨਹੀਂ ਖੋਲ੍ਹਣਾ ਹੈਗਾ, ਚਾਹੇ ਤੁਸੀਂ ਜੋ ਕੁਛ ਮਰਜ਼ੀ ਕਰ ਲਓ, ਚਾਹੇ ਆਪਣੇ ਵਿੱਚ ਜਿਹੜਾ ਮਰਜ਼ੀ ਸੌਦਾ ਹੋਇਆ ਹੋਵੇ। ਵਿਅਕਤੀ ਉਹ ਕਹਿੰਦਾ ਚੱਲ ਸਹਿਮਤ ਆ, ਕਾਫੀ ਜ਼ਿਆਦਾ ਸੌਦੇਬਾਜ਼ੀ ਤੋਂ ਬਾਅਦ ਜਿਹੜਾ ਵਿਅਕਤੀ ਉਹ ਸਹਿਮਤ ਹੋ ਜਾਂਦਾ। ਜੋਸ਼ੀ ਕਹਿੰਦਾ ਚਲੋ ਠੀਕ ਆ, ਵੀ ਤੈਨੂੰ ਕਿਸੇ ਨੇ ਮਰਿਆ ਹੋਇਆ ਛੱਡ ਦਿੱਤਾ ਸੀਗਾ, ਕੀ ਮੇਰੀ ਗੱਲ ਠੀਕ ਆ? ਉਹ ਕਹਿੰਦਾ ਵਾਹ, ਮੈਨੂੰ ਹੋਰ ਦੱਸੋ। ਫਿਰ ਉਹ ਬੰਦਾ ਕਹਿੰਦਾ ਹਾਂਜੀ ਤੂੰ ਮੈਨੂੰ ਹੋਰ ਦੱਸੋ। ਕਹਿੰਦਾ ਇੱਕ ਵਾਰ ਤੈਨੂੰ ਚਾਕੂ ਖੋਪਿਆ ਜਾ ਚੁੱਕਿਆ ਹੈ। ਜੋਸ਼ੀ ਨੇ ਕਿਹਾ ਬਹੁਤ ਖੂਬ। ਉਹ ਬੰਦਾ ਕਹਿੰਦਾ ਬਹੁਤ ਖੂਬ ਜੀ ਹਾਂ, ਤੈਨੂੰ ਕਿਵੇਂ ਪਤਾ ਲੱਗਿਆ? ਵੀ ਮੇਰੇ ਜਿਹੜਾ ਜ਼ਖਮ ਦਾ ਨਿਸ਼ਾਨ ਦਿਖਾਉਣ ਲਈ ਉਹਨੇ ਆਪਣੀ ਛਾਤੀ ਨੰਗੀ ਕੀਤੀ। ਅਤੇ ਹੋਰ ਉਹ ਕਹਿੰਦਾ ਹੋਰ ਕੋਈ ਗੱਲ ਦੱਸੋ ਜੀ, ਹੋਰ ਕੀ ਹੋਇਆ ਸੀਗਾ? ਕਹਿੰਦਾ ਜੀ ਫਿਰ ਤੁਹਾਨੂੰ ਕੀ ਆ, ਨੇੜੇ ਦੇ ਇੱਕ ਖੇਤ ਦੇ ਵਿੱਚ ਇੱਕ ਖੂਹ ਦੇ ਵਿੱਚ ਸਿੱਟ ਦਿੱਤਾ ਗਿਆ ਸੀ ਅਤੇ ਤੈਨੂੰ ਮਰਿਆ ਹੋਇਆ ਸਮਝ ਕੇ ਉੱਥੇ ਛੱਡ ਗਿਆ ਸੀਗਾ। ਉਹ ਕਹਿੰਦਾ ਜੀ ਇਹ ਤਾਂ ਹੈ, ਮੈਂ ਮਰ ਚੁੱਕਾ ਹੁੰਦਾ ਜੇਕਰ ਕਿਸੇ ਰਾਹਗੀਰ ਨੇ ਕਹਿੰਦਾ ਜੀ ਜਿਹੜਾ ਖੂਹ ਦੇ ਅੰਦਰ ਵੱਲ ਝਾਕਿਆ ਨਾ ਹੁੰਦਾ। ਅਤੇ ਉਹਨੇ ਆਦਮੀ ਨੇ ਕਿਹਾ ਵੀ ਮੈਂ ਉਹ ਮੇਰੇ ਹੱਥ ਕਦੋਂ ਲੱਗੇਗਾ? ਉਸਨੇ ਆਪਣੀ ਮੁੱਠੀ ਨੂੰ ਕੱਸ ਕੇ ਪੁੱਛਿਆ। ਤਾਂ ਅਗਲਾ ਜਿਹੜਾ ਸੰਸਾਰ ਵਿੱਚ ਜਿਹੜਾ ਜੋਸ਼ੀ ਨੇ ਉੱਤਰ ਦਿੱਤਾ, ਅਗਲੇ ਸੰਸਾਰ ਦੇ ਵਿੱਚ 4 ਮਹੀਨੇ ਪਹਿਲਾਂ ਹੀ ਇੱਕ ਦੂਰ ਸਥਿਤ ਨਗਰ ਦੇ ਵਿੱਚ ਉਸਦੀ ਮੌਤ ਹੋ ਗਈ ਹੈ ਅਤੇ ਹੁਣ ਉਹ ਕਦੇ ਵੀ ਨਹੀਂ ਵਿਕ ਸਕੇਗਾ। ਅਤੇ ਇਹ ਸੁਣ ਕੇ ਜਿਹੜਾ ਆਦਮੀ ਸੀਗਾ ਉਹ ਕਰਾਹ ਉੱਠਿਆ ਅਤੇ ਜੋਸ਼ੀ ਨੇ ਆਪਣੀ ਗੱਲ ਜਾਰੀ ਰੱਖੀ ਅਤੇ ਕਿਹਾ, ਗੁਰੂ ਨਾਇਕ, ਕਹਿੰਦਾ ਤੈਨੂੰ ਮੇਰਾ ਨਾਮ ਜਾਣਨਾ ਹੈ? ਉਸ ਵਿਅਕਤੀ ਨੇ ਹੈਰਾਨ ਹੁੰਦਿਆਂ ਹੋਇਆ ਕਿਹਾ ਵੀ ਉਹਨੇ ਬੰਦੇ ਨੇ ਬੜੇ ਹੈਰਾਨੀ ਨਾਲ ਕਿਹਾ ਵੀ ਤੈਨੂੰ ਕਿਵੇਂ ਪਤਾ? ਹਾਂ, ਜਿਵੇਂ ਵੀ ਬਾਕੀ ਸਾਰੀਆਂ ਗੱਲਾਂ ਜਾਣਦਾ ਹੈ। ਤਾਂ ਗੁਰੂ ਨਾਇਕ ਜਿਹੜਾ ਸੀਗਾ, ਜੋ ਮੈਂ ਕਹਿਣਾ ਹੈ, ਕਹਿੰਦਾ ਜੀ ਉਹ ਧਿਆਨ ਨਾਲ ਸੁਣੋ। ਕਹਿੰਦਾ ਜੀ ਤੇਰਾ ਪਿੰਡ ਜਿਹੜਾ ਇਸ ਨਗਰ ਤੋਂ ਉੱਤਰ ਦੇ ਵੱਲ ਹੈ ਅਤੇ ਹੁਣ ਤੁਸੀਂ ਕੀ ਆ 2 ਦਿਨ ਲੱਗ ਜਾਣੇ ਆ ਤੈਨੂੰ ਉੱਥੇ ਜਾਂਦੇ ਜਾਂਦੇ, ਵੀ ਅਗਲੀ ਗੱਡੀ ਫੜ ਕੇ ਤੂੰ ਉੱਥੇ ਚਲਾ ਜਾ। ਮੈਨੂੰ ਇੱਕ ਵਾਰ ਜਿਹੜਾ ਵਾ ਵੀ ਮੇਰੇ ਜੀਵਨ ਦੇ ਵਿੱਚ ਭਾਰੀ ਖਤਰਾ ਵਿਖਾਈ ਦਿੱਤਾ ਸੀਗਾ ਅਤੇ ਤੂੰ ਆਪਣੇ ਘਰ ਨੂੰ ਤੋਂ ਕਿਤੇ ਦੂਰ ਜਾ ਚੁੱਕਿਆ ਹੋਵੇਂਗਾ। ਕਹਿੰਦਾ ਜੋਸ਼ੀ ਜਿਹੜਾ ਸੀ ਉਹ ਪਵਿੱਤਰ ਭਸਮ ਦੀ ਇੱਕ ਚੁਟਕੀ ਕੱਢੀ ਅਤੇ ਉਹ ਵਿਅਕਤੀ ਦੇ ਉੱਤੇ ਫੜਾਉਂਦਾ ਹੋਇਆ ਕਹਿੰਦਾ ਵਾ ਉਹਨੂੰ ਵੀ ਇਹਨੂੰ ਕੀ ਆਪਣੇ ਮੱਥੇ ਦੇ ਉੱਤੇ ਮਲ ਕੇ ਆਪਣੇ ਘਰ ਵੱਲ ਨੂੰ ਚਲਿਆ ਜਾ ਅਤੇ ਦੁਬਾਰਾ ਦੱਖਣ ਦੇ ਵੱਲ ਯਾਤਰਾ ਨਾ ਕਰੀ ਅਤੇ ਤੈਨੂੰ 100 ਸਾਲ ਤੱਕ ਜਿਉਂਦਾ ਰਹੇਗਾ। ਜੇਕਰ ਤੂੰ ਵਾਪਸ ਆ ਗਿਆ ਫਿਰ ਤੇਰੀ ਡੈਥ ਹੋ ਸਕਦੀ ਆ ਅਤੇ ਮੈਂ ਦੁਬਾਰਾ ਜਿਹੜਾ ਘਰ ਛੱਡ ਕੇ ਭਲਾ ਕਿਉਂ ਜਾਵਾਂਗਾ? ਉਹ ਵਿਅਕਤੀ ਕਹਿੰਦਾ। ਅਤੇ ਉਸਨੇ ਉਹਨੂੰ ਕਿਹਾ ਵੀ ਸਿਰਫ ਕਦੇ ਕਦੇ ਹੀ ਉਸ ਦੀ ਖੋਜ ਵਿੱਚ ਨਿਕਲ ਪੈਂਦਾ ਸੀ। ਮੇਰੇ ਮਨ ਦੇ ਵਿੱਚ ਸੀਗਾ ਵੀ ਸ਼ਾਇਦ ਮੈਂ ਉਸ ਤੋਂ ਜਾਣ ਤੋਂ ਮਾਰ ਦੇਵਾਂਗਾ ਅਤੇ ਮੈਨੂੰ ਮਿਲ ਜਾਵੇ ਬਸ। ਫਿਰ ਉਹ ਕੀ ਸੀਗਾ ਵੀ ਉਹ ਦੁੱਖ ਦਾ ਜਿਹੜਾ ਸਿਰ ਸੀਗਾ ਉਹ ਝਟਕ ਦਿੱਤਾ ਅਤੇ ਹੁਣ ਜਿਹੜਾ ਹੱਥ ਆ ਉਹ ਬਚ ਗਿਆ। ਵੀ ਹੁਣ ਮੈਨੂੰ ਉਮੀਦ ਆ ਕਿ ਉਹ ਘੱਟ ਤੋਂ ਘੱਟ ਉਹ ਉਸਨੂੰ ਕਦੇ ਇਸ ਤਰ੍ਹਾਂ ਮਾਰਿਆ ਹੋਵੇਗਾ ਜਿਸ ਤਰ੍ਹਾਂ ਨੇ ਉਹਨੇ ਮੈਨੂੰ ਮਾਰਿਆ ਸੀ। ਜੋਸ਼ੀ ਨੇ ਕਿਹਾ ਹਾਂ ਵੀ ਉਹ ਇੱਕ ਗੱਡੀ ਦੇ ਹੇਠਾਂ ਕੁਚਲਿਆ ਗਿਆ ਸੀਗਾ। ਇਹ ਸੁਣ ਕੇ ਜਿਹੜਾ ਉਹ ਆਦਮੀ ਸੀਗਾ ਉਹ ਕਾਫੀ ਖੁਸ਼ੀ ਪ੍ਰਤੀਤ ਹੋਈ। ਇਸ ਸਮੇਂ ਤੋਂ ਉਹ ਆਪਣੀ ਜਗ੍ਹਾ ਦੇ ਉੱਤੇ ਸੁਨਸਾਨ ਜਿਹਾ ਹੋ ਗਈ ਸੀ ਅਤੇ ਜੋਸ਼ੀ ਨੇ ਕਿਹਾ ਵੀ ਆਪਣੀਆਂ ਚੀਜ਼ਾਂ ਚੁੱਕਿਆ ਅਤੇ ਉਹ ਹੁਣ ਆਪਣੀ ਜਿਹੜੀ ਥੈਲੀ ਆ ਉਹਨੂੰ ਆਪਣੇ ਸਮਾਨ ਨੂੰ ਉਹਦੇ ਵਿੱਚ ਪਾਉਣ ਲੱਗਿਆ ਜੀ। ਜਿਹੜੀ ਰੌਸ਼ਨੀ ਸੀਗੀ ਉਹ ਬੁੱਝ ਚੁੱਕੀ ਸੀਗੀ ਅਤੇ ਹੁਣ ਜਿਹੜੀ ਉਸ ਜਗ੍ਹਾ ਦੇ ਉੱਤੇ ਪੂਰਾ ਹਨੇਰਾ ਸੀ, ਖਾਮੋਸ਼ੀ ਜਿਹੀ ਡੁੱਬ ਚੁੱਕੀ ਸੀ। ਜਿਹੜਾ ਆਦਮੀ ਸੀ ਉਹਨੇ ਜੋਸ਼ੀ ਨੂੰ ਇੱਕ ਮੁੱਠੀ ਸਿੱਕੇ ਦੇ ਦੇਣ ਦੇ ਬਾਅਦ ਰਾਤ ਦੇ ਹਨੇਰੇ ਵਿੱਚ ਉੱਥੋਂ ਚਲਾ ਗਿਆ ਅਤੇ ਲਗਭਗ ਅੱਧੀ ਰਾਤ ਹੋ ਚੁੱਕੀ ਸੀ। ਜਿਹੜਾ ਜੋਸ਼ੀ ਸੀ ਜਦੋਂ ਉਹ ਘਰ ਪੁੱਜਿਆ ਤਾਂ ਉਸਦੀ ਪਤਨੀ ਨੇ ਦਰਵਾਜ਼ੇ 'ਤੇ ਖੜ੍ਹੀ ਸੀ, ਉਸਦੀ ਉਡੀਕ ਕਰ ਰਹੀ ਸੀ। ਉਸਨੇ ਉਸਨੂੰ ਪੁੱਛਿਆ ਕਿ ਉਸਨੂੰ ਅੱਜ ਇੰਨੀ ਦੇਰ ਕਿਸ ਲਈ ਹੋ ਗਈ ਸੀ। ਤਾਂ ਜੋਸ਼ੀ ਨੇ ਉਸਦੀ ਵੱਲ ਸਿੱਕੇ ਸੁੱਟਦੇ ਹੋਏ ਕਿਹਾ ਕਿ ਇਹਨਾਂ ਨੂੰ ਗਿਣ, ਇਹ ਸਭ ਇੱਕ ਵਿਅਕਤੀ ਨੇ ਦਿੱਤੇ ਹਨ, 12.5 ਆਨੇ। ਜਿਹੜੀ ਪਤਨੀ ਸੀਗੀ ਉਹਨੇ ਗਿਣਦੇ ਹੋਏ ਕਿਹਾ ਅਤੇ ਉਸਨੇ ਬੜੀ ਖੁਸ਼ੀ ਨਾਲ ਉਠਾਏ ਅਤੇ ਕੱਲ੍ਹ ਨੂੰ
ਮੈਂ ਚੀਨੀ ਅਤੇ ਨਾਰੀਅਲ ਖਰੀਦ ਸਕਾਂਗੀ। ਬੱਚੇ ਕਈ ਦਿਨਾਂ ਤੋਂ ਮਠਿਆਈ ਦੀ ਮੰਗ ਕਰ ਰਹੇ ਸੀ। ਹੁਣ ਉਹ ਕੀ ਆ ਦੀ ਕੋਈ ਵਧੀਆ ਚੀਜ਼ ਵੀ ਤਿਆਰ ਹੋ ਜਾਊਗੀ। ਜਿਹੜਾ ਸੂਰ ਨੇ ਮੈਨੂੰ ਧੋਖਾ ਦਿੱਤਾ, ਉਸਨੇ ਮੈਨੂੰ 1 ਰੁਪਏ ਦਾ ਵਾਅਦਾ ਕੀਤਾ ਸੀ ਅਤੇ ਜੋਸ਼ੀ ਨੇ ਕਿਹਾ ਵੀ ਜਿਹੜਾ ਜੋਸ਼ੀ ਨੂੰ 1 ਰੁਪਈਏ ਦਾ ਕਿਹਾ ਸੀ, ਪਰ ਉਹ 12 ਆਨੇ ਹੀ ਦੇ ਕੇ ਗਿਆ। ਜਿਹੜੀ ਪਤਨੀ ਸੀ ਉਸਨੇ ਉਸ ਵੱਲ ਵੇਖ ਕੇ ਕਿਹਾ, ਤੁਸੀਂ ਚਿੰਤਤ ਵਿਖਾਈ ਦਿੰਦੇ ਹੋ, ਵੀ ਕੀ ਗੱਲ ਹੋ ਗਈ। ਉਹਨੇ ਕਿਹਾ, ਕੁਝ ਨਹੀਂ, ਵੀ ਜਿਹੜਾ ਭੋਜਨ ਤੋਂ ਬਾਅਦ ਮੈਂ ਮੰਜੇ ਦੇ ਉੱਤੇ ਬੈਠਾ, ਉਸਨੇ ਆਪਣੀ ਪਤਨੀ ਨੂੰ ਦੱਸਿਆ ਕਿ ਮੈਂ ਜਾਣਦੀ ਹਾਂ ਕਿ ਤੂੰ ਜਾਣਦੀ ਹੈ ਕਿ ਅੱਜ ਤੋਂ ਜਿਹੜਾ ਵੀ ਆਪਣਾ ਮੇਰੇ ਸਿਰ ਦੇ ਉੱਤੇ ਇੱਕ ਬੋਝ ਸੀਗਾ ਜਿਹੜਾ ਉਤਰ ਗਿਆ। ਮੈਂ ਸੋਚਦਾ ਸੀ ਕਿ ਕਈ ਸਾਲ ਪਹਿਲਾਂ ਮੇਰੇ ਤੋਂ ਇੱਕ ਹੱਥੋਂ ਇੱਕ ਵਿਅਕਤੀ ਦਾ ਜਿਹੜਾ ਖੂਨ ਲੱਗਿਆ ਹੋਇਆ ਸੀ, ਇਸੇ ਕਾਰਨ ਮੈਂ ਜਿਹੜਾ ਸੀ ਘਰ ਤੋਂ ਦੌੜ ਗਿਆ ਸੀ, ਉੱਥੇ ਆ ਕੇ ਵੱਸ ਗਿਆ ਅਤੇ ਤੇਰੇ ਨਾਲ ਵਿਆਹ ਕਰਾ ਲਿਆ ਸੀ, ਅਤੇ ਉਹ ਜਿਹੜਾ ਆਦਮੀ ਸੀ ਉਹ ਜਿਉਂਦਾ ਵਾ। ਤੁਸੀਂ ਕਿਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ? ਉਹਨੇ ਹੱਸਦੇ ਹੋਏ ਕਿਹਾ, ਹਾਂ ਵੀ ਸਾਡੇ ਪਿੰਡ ਦੇ ਵਿੱਚ ਜਦੋਂ ਇੱਕ ਮੂਰਖ ਨੌਜਵਾਨ ਹੋਇਆ ਕਰਦਾ ਸੀਗਾ। ਉਹ ਇੱਕ ਦਿਨ ਅਸੀਂ ਸ਼ਰਾਬ ਪੀਤੀ, ਜੂਆ ਖੇਡਿਆ ਅਤੇ ਬੁਰੀ ਤਰ੍ਹਾਂ ਦੇ ਨਾਲ ਲੜ ਪਏ। ਪਰ ਮੈਂ ਹੁਣ ਉਸ ਦੇ ਬਾਰੇ ਨਹੀਂ ਸੋਚਿਆ ਜਾਵੇ ਵੀ ਮੈਂ ਸੌਣ ਦੇ ਵਕਤ ਹੋ ਗਿਆ ਵਾ, ਵੀ ਆਪਾਂ ਕੀ ਕਰਦੇ ਹਾਂ, ਉੱਥੇ ਜਾ ਕੇ ਸੌਂਦੇ ਹਾਂ ਅਤੇ ਫਿਰ ਮੰਜੇ ਉੱਤੇ ਉਹ ਲੰਬਾ ਪੈ ਗਿਆ। ਅਤੇ ਇਸ ਤਰੀਕੇ ਨਾਲ ਉਹਦਾ ਜਿਹੜਾ ਇੱਕ ਦਿਲ ਦੇ ਉੱਤੇ ਇੱਕ ਬੋਝ ਸੀਗਾ ਉਹ ਖ਼ਤਮ ਹੋ ਗਿਆ, ਜਿਸ ਬੋਝ ਦੇ ਨਾਲ ਉਹ ਜਿਉ ਰਿਹਾ ਸੀਗਾ, ਜਿਹਦੇ ਵਿੱਚ ਉਹਨੂੰ ਕੀ ਸੀ, ਉਹਨੇ ਇੱਕ ਵਾਰ ਕੀ ਸੀਗਾ, ਇੱਕ ਪਰਸਨ ਦੇ ਨਾਲ ਲੜਾਈ ਕੀਤੀ ਅਤੇ ਉਹਨੇ ਛੁਰੀ ਮਾਰ ਕੇ ਉਹਨੂੰ ਕੀ ਸੀਗਾ, ਉਹਦੇ ਨਹਿਰ ਦੇ ਵਿੱਚ ਸੁੱਟ ਦਿੱਤਾ ਸੀ, ਅਤੇ ਇਸੇ ਕਰਕੇ ਉਹ ਆਪਣਾ ਉੱਥੋਂ ਘਰ ਤੋਂ ਜਿਹੜਾ ਸੀ ਉਹ ਭੱਜ ਗਿਆ ਸੀ। ਹੁਣ ਅਸੀਂ ਇਹਦੇ ਕੁਐਸਚਨ ਆਨਸਰ ਕਰਦੇ ਹਾਂ, ਜਿਹੜੇ ਕਿ 5 ਕੁਐਸਚਨ ਆਨਸਰ ਨੇ ਮੈਂ ਇਸ ਸੈਸ਼ਨ ਦੇ ਵਿੱਚ ਡਿਸਕਸ ਕੀਤੇ ਆ, ਤਾਂ ਅਸੀਂ ਉਹਨੂੰ ਕਾਪੀ ਦੇ ਉੱਤੇ ਨੋਟ ਡਾਊਨ ਕਰ ਲੈਣੇ। ਫਸਟ ਕੁਐਸਚਨ ਹੈ, ਵਟ ਵਾਸ ਟੂ ਦੀ ਐਸਟਰੋਲੋਜਰਸ ਪ੍ਰੋਫੈਸ਼ਨ ਇਕੁਇਪਮੈਂਟਸ, ਵੀ ਜਿਹੜੇ ਐਸਟਰੋਲੋਜਰਸ ਹੁੰਦੇ ਆ ਉਹਨਾਂ ਦਾ ਜਿਹੜਾ ਆਪਣਾ ਕੰਮ ਕੀਤਾ ਹੁੰਦਾ ਵਾ, ਉਹਦੇ ਵਿੱਚ ਉਹ ਕਿਹੜੇ ਸੰਸਾਧਨ ਜਾਂ ਕਿਹੜੇ ਯੰਤਰ ਯੂਜ਼ ਕਰਦਾ ਵਾ। ਦੀ ਐਸਟਰੋਲੋਜਰਸ ਨੋ ਨਥਿੰਗ of his profession, but he had to be all the professional equipment with him. His was the article including to the dozen of clural shells and scarce pieces of to the clothes with the strange chart on it, a notebook and some other little things। ਕਹਿੰਦੇ ਜਿਹੜਾ ਐਸਟਰੋਲੋਜੀ ਹੁੰਦੇ ਆ, ਜੋਸ਼ੀ ਹੁੰਦੇ ਆ, ਕਹਿੰਦੇ ਉਹਨਾਂ ਵਿਵਸਾਏ ਦੇ ਬਾਰੇ ਕੁਝ ਵੀ ਨਹੀਂ ਜਾਣਦਾ ਸੀਗਾ, ਪਰ ਉਹ ਫਿਰ ਵੀ ਉਹ ਆਪਣੇ ਵਿਵਸਾਏ ਦੇ ਨਾਲ ਸੰਬੰਧਿਤ ਕਈ ਚੀਜ਼ਾਂ ਆਪਣੇ ਕੋਲ ਰੱਖਦਾ ਹੁੰਦਾ ਸੀਗਾ, ਜਿਹਦੇ ਵਿੱਚ 1 ਦਰਜਨ ਕੌਡੀਆਂ ਹੁੰਦੀਆਂ ਸੀਗੀਆਂ, ਜਿਹਨੂੰ ਅਸੀਂ ਕਹਿੰਦੇ ਜਿਹੜੇ ਸਮੁੰਦਰ ਦੇ ਵਿੱਚੋਂ ਮਿਲਦੀਆਂ ਨੇ, ਕੰਕਰ ਜੇ ਉਹ ਹੁੰਦੇ ਆ, ਅਤੇ ਇੱਕ ਜੋਸ਼ੀ ਇੱਕ ਜਿਹੜਾ ਚੌਰਸ ਆਕਾਰ ਦਾ ਇੱਕ ਕੱਪੜਾ ਹੁੰਦਾ ਵਾ, ਇੱਕ ਅਜੀਬ ਜੀ ਉਹਦੇ ਕੋਲ ਚਾਰਟ ਜਿਹਾ ਹੁੰਦਾ ਵਾ, ਅਤੇ ਇੱਕ ਕਾਪੀ ਹੁੰਦੀ ਆ, ਅਤੇ ਇੱਕ ਛੋਟੀਆਂ ਮੋਟੀਆਂ ਜਿਹੜੀਆਂ ਚੀਜ਼ਾਂ ਉਹ ਸ਼ਾਮਲ ਹੁੰਦੀਆਂ ਨੇ, ਉਹ ਆਪਣੇ ਕੋਲ ਹਮੇਸ਼ਾ ਰੱਖਦਾ ਵਾ। ਨੈਕਸਟ ਹੈਗਾ, ਹਾਊ ਡਿਡ ਹੀ ਗਿਵ ਹਿਸ ਫੇਸ ਟੂ ਲੁੱਕ ਐਨ ਐਸਟਰੋਲੋਜਸ। ਕਹਿੰਦੇ ਵੀ ਜਿਹੜਾ ਉਹ ਬੰਦਾ ਸੀਗੇ, ਜਿਹੜੇ ਐਸਟਰੋਨੌਟਸ ਹੁੰਦੇ ਆ, ਉਹ ਆਪਣੇ ਆਪ ਨੂੰ ਜੋਸ਼ੀ ਦਿਖਾਉਣ ਦੇ ਲਈ ਉਹ ਆਪਣੇ ਫੇਸ ਦੇ ਉੱਤੇ ਕੀ ਕਰਦੇ ਆ। ਦੀ ਐਸਟਰੋਲੋਜਰਸ ਨਿਊ ਦੀ ਨਥਿੰਗ to his profession, he was gave himself to look the perfect astrologist. His was forehead was to the mark with the scared ash and vermilions. He warms to the as a saffron colored turbans around of his head. His color was schemes now to the failed. The pupil was attracted to him and as a bees to attract to the flowers। ਕਹਿੰਦੇ ਜਿਹੜੇ ਐਸਟਰੋਲੋਜ ਹੁੰਦੇ ਆ ਉਹਨਾਂ ਨੂੰ ਆਪਣੇ ਕੰਮਾਂ ਦੇ ਬਾਰੇ ਜਾਂ ਵਿਵਸਾਏ ਦੇ ਬਾਰੇ ਕੁਝ ਜ਼ਿਆਦਾ ਪਤਾ ਨਹੀਂ ਹੁੰਦਾ। ਇੱਕ ਜਿਹੜਾ ਵਧੀਆ ਜੋਸ਼ੀ ਹੁੰਦਾ ਵਾ, ਉਹ ਕੀ ਆ, ਆਪਣੇ ਮੱਥੇ ਦੇ ਉੱਤੇ ਕੀ ਇੱਕ ਭਸਮ ਲਾਉਂਦਾ ਵਾ, ਸੰਧੂਰ ਦੇ ਨਾਲ ਲਿਪਟਿਆ ਹੁੰਦਾ ਵਾ, ਉਹਦੇ ਸਿਰ ਦੇ ਉੱਤੇ ਇੱਕ ਕੀ ਹੁੰਦੀ ਆ, ਕੇਸਰੀ ਰੰਗ ਦੇ ਜਿਹੜਾ ਪਗੜੀ ਜੀ ਹੁੰਦੀ ਆ ਉਹ ਬੰਨੀ ਹੁੰਦੀ ਆ, ਅਤੇ ਉਸ ਦੇ ਰੰਗਾਂ ਦਾ ਜਿਹੜਾ ਮੇਲ ਹੁੰਦਾ ਉਹ ਕੀ ਹੁੰਦਾ, ਵੀ ਕੋਈ ਅਰਥ ਨਹੀਂ ਦਿਖਾਉਂਦਾ, ਯਾਨੀ ਕਿ ਉਹਦਾ ਕੋਈ ਮੇਲ ਨਹੀਂ ਹੁੰਦਾ ਹੈਗਾ, ਵੀ ਉਹਨੂੰ ਐਵੇਂ ਹੀ ਪਾ ਲੈਂਦਾ ਵਾ। ਅਤੇ ਉਹ ਜਿਹੜੇ ਇਸ ਤਰੀਕੇ ਨਾਲ ਉਹ ਲੋਕਾਂ ਨੂੰ ਅਟਰੈਕਟ ਕਰਦਾ ਵਾ, ਜਿਹੜੀ ਉਹਦੀ ਕੱਪੜੇ ਪਾਏ ਹੁੰਦੇ, ਜਿਵੇਂ ਕਿ ਮਧੂ ਮੱਖੀ ਕੀ ਹੁੰਦੀ ਆ, ਫਲਾਵਰ ਨੂੰ ਦੇਖ ਕੇ ਉਹਦੇ ਵੱਲ ਨੂੰ ਖਿੱਚੀ ਜਾਂਦੀ ਹੁੰਦੀ ਆ। ਥਰਡ ਕੁਐਸਚਨ ਆ, ਵੇਅਰ ਡਿਡ ਹੀ ਸਿਟ ਐਵਰੀ ਡੇ, ਵੀ ਜਿਹੜਾ ਉਹ ਜੋਸ਼ੀ ਹੁੰਦੇ ਆ ਉਹ ਕਿੱਥੇ ਬੈਠੇ ਹੁੰਦੇ ਆ ਹਰੇਕ ਦਿਨ। ਦੀ ਐਸਟਰੋਲੋਜਰਸ ਵੁੱਡ ਬੀ ਅ ਸਿਟ ਅੰਡਰ ਟੂ ਦੀ ਟਰੀ ਆਫ ਟੂ ਦੀ ਪਬਲਿਕ ਰੋਡ। ਇਟ ਵਾਜ਼ busy road. The crowd people always kept moving up and down from to the morning till night. He all kinds of to the pupils pass all way. The amongst of these was the magician and the medical sailors and sailors of the stolen goods etc। ਕਿ ਜਿਹੜਾ ਐਸਟਰੋਲੋਜ ਹੁੰਦੇ ਆ ਉਹ ਕੀ ਹੁੰਦੇ ਆ, ਇੱਕ ਦਰਖਤ ਦੇ ਹੇਠਾਂ ਜਿਹੜਾ ਕਿ ਇੱਕ ਜਿਹੜੀ ਸਾਰਵਜਨਿਕ ਸੜਕ ਹੁੰਦੀ ਆ ਉਹਦੇ 'ਤੇ ਬੈਠੇ ਹੁੰਦੇ ਆ, ਕੰਢੇ ਦੇ ਉੱਤੇ ਬੈਠੇ ਹੁੰਦੇ ਆ, ਅਤੇ ਉਹ ਕੀ ਹੁੰਦੀ ਆ, ਉਹ ਜਿਹੜੀ ਸੜਕ ਹੁੰਦੀ ਆ ਉਹ ਕਾਫੀ ਬਿਜ਼ੀ ਹੁੰਦੀ ਆ, ਕਾਫੀ ਲੋਕ ਆਉਂਦੇ ਜਾਂਦੇ ਰਹਿੰਦੇ ਆ, ਉੱਥੇ ਭੀੜ ਪਈ ਰਹਿੰਦੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ। ਉੱਥੇ ਰਸਤੇ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਗੁਜ਼ਰਦੇ ਆ, ਜਿਹਦੇ ਵਿੱਚ ਜਾਦੂਗਰ ਆਉਂਦੇ ਆ, ਦਵਾਈ ਵੇਚਣ ਵਾਲੇ ਹੁੰਦੇ ਆ, ਚੋਰੀ ਦਾ ਸਮਾਨ ਵੇਚਣ ਵਾਲੇ ਆਉਂਦੇ ਆ, ਅਤੇ ਕਈ ਤਰ੍ਹਾਂ ਦੇ ਲੋਕ ਉੱਥੋਂ ਗੁਜ਼ਰਦੇ ਆ। ਫੋਰਥ ਕੁਐਸਚਨ ਆ, who was to the other professional on to the roads where the astrologist carries his on business। ਕਹਿੰਦੇ ਵੀ ਜਿਹੜੇ ਜੋਸ਼ੀ ਹੁੰਦੇ ਆ
ਉਹਨਾਂ ਤੋਂ ਇਲਾਵਾ ਉੱਥੇ ਹੋਰ ਕਿਹੜੇ-ਕਿਹੜੇ ਲੋਕ ਹੁੰਦੇ ਆ ਜਿਹੜੇ ਕਿ ਬਿਜ਼ਨਸ ਆਪਣਾ ਜਿਹੜਾ ਪ੍ਰੋਫੈਸ਼ਨ ਆ ਉੱਥੇ ਚਲਾਉਂਦੇ ਆ, ਜਿੱਥੇ ਕਿ ਜੋਸ਼ੀ ਵੀ ਆਪਣਾ ਬਿਜ਼ਨਸ ਜਿਹੜਾ ਵਾ ਉਹ ਚਲਾ ਰਿਹਾ ਹੁੰਦਾ। ਦੀ ਐਸਟਰੋਲੋਜਰਸ ਕੈਰੀ ਹਿਜ਼ ਬਿਜ਼ਨਸ ਅੰਡਰ ਟੂ ਦੀਅਰ ਟਰੀ ਔਨ ਟੂ ਦੀਅਰ ਪਬਲਿਕ ਰੋਡ ਬਿਸਾਈਡਸ ਹਿਮ the others profession on that roads were to the medicine sellers, magicians, sales of to the stolen goods, seller of to the cheap clothes and vendors of to the fired groundnuts। ਵੀ ਜਿਹੜੇ ਉੱਥੇ ਤੱਕ ਦੇ ਜਿਹੜੇ ਸੜਕ ਦੇ ਉੱਤੇ ਬੈਠਾ ਹੁੰਦਾ ਵਾ, ਉੱਥੇ ਉਹ ਇੱਕ ਦਰਖਤ ਦੇ ਹੇਠਾਂ ਬੈਠਾ ਹੁੰਦਾ ਅਤੇ ਉਹਦੇ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਵਿਵਸਾਏ ਹੁੰਦੇ ਆ, ਜਿਵੇਂ ਕਿ ਦਵਾਈਆਂ ਵੇਚਣ ਵਾਲੇ ਹੁੰਦੇ ਆ, ਜਾਦੂ ਦਿਖਾਉਣ ਵਾਲੇ ਹੁੰਦੇ ਆ, ਚੋਰੀ ਦਾ ਸਮਾਨ ਵੇਚਣ ਵਾਲੇ ਹੁੰਦੇ ਆ, ਸਸਤੇ ਕੱਪੜੇ ਵੇਚਣ ਵਾਲੇ ਆਦਮੀ ਹੁੰਦੇ ਆ, ਅਤੇ ਭੁੰਨੀ ਹੋਈ ਮੂੰਗਫਲੀਆਂ ਨੂੰ ਵੇਚਣ ਵਾਲੇ ਜਿਹੜੇ ਬੰਦੇ ਹੁੰਦੇ ਆ ਉੱਥੇ ਆਉਂਦੇ ਆ। ਲਾਸਟ ਕੁਐਸਚਨ ਆਫ ਦਿਸ ਸੈਸ਼ਨ ਇਜ਼ what were to the different names given by to the vendors to the fired groundnuts to his ਨੈਟਸ। ਵੀ ਜਿਹੜਾ ਉੱਥੇ ਜਿਹੜਾ ਵੈਂਡਰ ਹੁੰਦਾ ਜਿਹੜਾ ਉਹਨੂੰ ਵੇਚ ਰਿਹਾ ਹੁੰਦਾ ਵਾ ਮੂੰਗਫਲੀਆਂ ਨੂੰ, ਉਹ ਮੂੰਗਫਲੀਆਂ ਨੂੰ ਹੋਰ ਕਿਹੜੇ-ਕਿਹੜੇ ਨਾਮਾਂ ਨਾਲ ਰਿਪਰਜੈਂਟ ਕਰਦਾ ਵਾ। Every day the vendors would be give the coconut fancies names to attract the customer. He would be called to the Bombay ice creams one day, and the next day he called to the Delhi almonds, and the third day he called to the Rajas of glacis, and so on। ਕਹਿੰਦੇ ਵੀ ਜਿਹੜਾ ਉਹ ਗ੍ਰਾਹਕਾਂ ਨੂੰ ਆਕਰਸ਼ਿਤ ਕਰਨ ਦੇ ਲਈ ਮੂੰਗਫਲੀ ਵਾਲਾ ਕੀ ਆ, ਉਹ ਨਿੱਤ ਨਵੇਂ ਕੀ ਆ ਨਵੇਂ ਉਹਨੂੰ ਖੂਬਸੂਰਤ ਜਿਹੇ ਨਾਮ ਦਿੰਦਾ ਵਾ। ਪਹਿਲੇ ਦਿਨ ਉਹ ਕਹਿੰਦਾ ਬੰਬਈ ਦੀ ਆਈਸਕ੍ਰੀਮ ਕਹਿ ਦਿੰਦਾ, ਦੂਜੇ ਦਿਨ ਉਹ ਦਿੱਲੀ ਦੇ ਬਦਾਮ ਕਹਿ ਦਿੰਦਾ, ਤੀਜੇ ਦਿਨ ਜਿਹੜਾ ਵਾ ਉਹ ਕੀ ਆ ਰਾਜੇ ਦੀ ਮਿਠਾਈ ਨੂੰ ਕਹਿ ਕੇ ਇਸ ਤਰੀਕੇ ਨਾਲ ਉਹ ਆਪਣਾ ਕੰਮ ਜਿਹੜਾ ਵਾ ਉਹ ਚਲਾਉਂਦਾ ਰਹਿੰਦਾ ਵਾ। ਇਹ ਸੀਗਾ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਜੇਕਰ ਪਸੰਦ ਆਇਆ ਤਾਂ ਜ਼ਰੂਰ ਲਾਈਕ ਕਰੋ, ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਜਸਟ ਵੇਟ ਫॉर ਬ੍ਰਾਈਟ ਫਿਊਚਰਸ ਐਂਡ ਮੋਰ ਅਪਡੇਸ਼ਨਸ ਦੇ ਲਈ ਤਾਂ ਮੇਰੇ ਬੈਲ ਆਈਕਨ ਨੂੰ ਜ਼ਰੂਰ ਦਬਾਓ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ ਐਂਡ ਸ਼ੇਅਰ ਦਿਸ ਸੈਸ਼ਨ ਵਿਦ ਅਦਰਸ। ਥੈਂਕਸ ਅ ਲੋਟ।